ਹੈਲੋ ਫਰੈਂਡਸ। ਸੋ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲਾਸਟ ਲੈਕਚਰ ਦੇ ਵਿੱਚ ਆਪਾਂ ਗੱਲ ਕੀਤੀ ਸੀ ਅਬਾਊਟ ਦਾ ਫੋਸਿਲ ਫਿਊਲਸ ਦੇ ਵਿੱਚ ਆਪਾਂ ਪੜ੍ਹਿਆ ਕਿ ਫੋਸਿਲ ਫਿਊਲਸ ਕਿਸ ਤਰ੍ਹਾਂ ਬਣਦੇ ਹਨ। ਸੋ ਫੋਸਿਲ ਫਿਊਲਸ ਦੀ ਵਰਤੋਂ ਆਪਾਂ ਕਿੱਥੇ ਕਰਦੇ ਹਾਂ, ਦੈਟ ਇਜ਼ ਇਨ ਥਰਮਲ ਪਾਵਰ ਪਲਾਂਟ। ਸੋ ਐਕਚੁਅਲ ਦੇ ਵਿੱਚ ਆਪਾਂ ਕਨਵੈਨਸ਼ਨਲ ਸੋਰਸਿਸ ਆਫ એનર્ਜੀ ਕੀ ਹੈ ਉਹਨਾਂ ਨੂੰ ਸਟਾਰਟ ਕੀਤਾ ਸੀ। ਉਹਦੇ ਅੰਡਰ ਆਪਾਂ ਪਹਿਲੇ ਫੋਸਿਲ ਫਿਊਲਸ ਦੀ ਗੱਲਬਾਤ ਕੀਤੀ, ਦੈਨ ਨੈਕਸਟ ਟੌਪਿਕ ਆਪਣਾ ਕੀ ਸੀ, ਉਹ ਸੀ ਥਰਮਲ ਪਾਵਰ ਪਲਾਂਟਸ। ਸੋ ਥਰਮਲ ਪਾਵਰ ਪਲਾਂਟਸ ਦੇ ਵਿੱਚ ਆਪਾਂ ਕੀ ਦੇਖਿਆ ਕਿ ਆਪਾਂ ਫੋਸਿਲ ਫਿਊਲਸ ਨੂੰ ਬਰਨ ਕਰਕੇ ਕੀ ਹੈ ਜੋ ਹੀਟ એનર્ਜੀ ਆਪਾਂ ਨੂੰ ਮਿਲਦੀ ਹੈ ਉਹਨੂੰ ਯੂਜ਼ ਕਰਦੇ ਹਾਂ ਟੂ ਹੀਟ ਅਪ ਦਾ ਵਾਟਰ। ਸੋ ਉੱਥੋਂ ਜਿਹੜੀ ਸਟੀਮ ਮਿਲਦੀ ਹੈ, ਸਟੀਮ ਦੇ ਨਾਲ ਆਪਾਂ ਕੀ ਹੈ ਟਰਬਾਈਨ ਨੂੰ ਰਨ ਕਰਵਾ ਕੇ ਵੀ ਕੈਨ ਹੈਵ ਇਲੈਕਟ੍ਰੀਸਿਟੀ। ਸੋ ਥਰਮਲ ਪਾਵਰ ਪਲਾਂਟ ਦੀ ਵਰਕਿੰਗ ਬਾਰੇ ਆਪਾਂ ਪਹਿਲੇ ਗੱਲ ਕਰ ਚੁੱਕੇ ਹਾਂ ਔਰ ਉਹਦੇ ਐਡਵਾਂਟੇਜਸ ਔਰ ਡਿਸਐਡਵਾਂਟੇਜਸ ਵੀ ਆਪਾਂ ਪੜ੍ਹ ਚੁੱਕੇ ਹਾਂ। ਸੋ ਉਹ ਗੱਲ ਕਰਦੇ ਹੋਏ ਆਪਾਂ ਵਿੱਚ ਇੱਕ ਵਰਡ ਯੂਜ਼ ਕਰ ਰਹੇ ਸੀ, ਦੈਟ ਇਜ਼ ਦਾ ਹਾਈਡਰੋ ਪਾਵਰ ਪਲਾਂਟਸ। ਸੋ ਹੁਣ ਅੱਜ ਦਾ ਟੌਪਿਕ ਜਿਹੜਾ ਹੈ ਦੈਟ ਇਜ਼ ਦਾ ਸੇਮ, ਦੈਟ ਇਜ਼ ਹਾਈਡਰੋ ਪਾਵਰ ਪਲਾਂਟਸ। हाइड्रो पावर प्लांट्स। सो जिवें कि थर्मल पावर प्लांट की गल की ਉਹਦੇ ਵਿੱਚ ਵਰਡ ਥਰਮਲ ਆ ਰਿਹਾ ਸੀ, ਉਹ ਕਿਸ ਕਰਕੇ ਬਿਕੋਜ਼ ਆਪਾਂ ਫੋਸਿਲ ਫਿਊਲਸ ਨੂੰ ਬਰਨ ਕਰ ਰਹੇ ਸੀ। ਸੋ ਬਰਨ ਕਰਨ ਦੇ ਨਾਲ ਆਪਾਂ ਨੂੰ ਜਿਹੜੀ ਹੀਟ એનર્ਜੀ ਮਿਲ ਰਹੀ ਸੀ ਉਸ ਹੀਟ એનર્ਜੀ ਨੂੰ ਆਪਾਂ ਕੀ ਹੈ ਐਂਡ ਤੇ ਆਪਾਂ ਨੂੰ ਇਵੈਂਚੁਅਲੀ ਕੀ ਮਿਲ ਰਿਹਾ ਸੀ, ਇਲੈਕਟ੍ਰੀਕਲ એનર્ਜੀ। ਸੋ ਦੈਟ ਇਜ਼ ਵਾਈ ਆਪਾਂ ਉਸ ਪਾਵਰ ਪਲਾਂਟ ਨੂੰ ਨਾਮ ਦਿੱਤਾ ਸੀ ਥਰਮਲ ਪਾਵਰ ਪਲਾਂਟ। ਹੁਣ ਇਨ ਦਿਸ ਕੇਸ ਆਪਾਂ ਨਾਮ ਦੇ ਰਹੇ ਹਾਂ ਹਾਈਡਰੋ ਪਾਵਰ ਪਲਾਂਟਸ। ਹਾਈਡਰੋ ਪਾਵਰ ਦੀ ਆਪਾਂ ਗੱਲ ਪਹਿਲੇ ਵੀ ਕੀਤੀ ਹੈ ਪਹਿਲੇ ਲੈਕਚਰ ਦੇ ਵਿੱਚ ਕਿ ਹਾਈਡਰੋ ਪਾਵਰ ਕੀ ਹੈ। ਜੋ ਵਾਟਰ ਹੈ ਉਹਦੀ ਜੋ એનર્ਜੀ ਹੈ ਉਹਦੀ એનર્ਜੀ ਨੂੰ ਜਦ ਆਪਾਂ ਯੂਜ਼ ਕਰਾਂਗੇ ਫॉर ਡੂਇੰਗ ਐਨੀ ਵਰਕ, ਸੋ ਉਸ એનર્ਜੀ ਨੂੰ ਆਪਾਂ ਬੋਲਦੇ ਹਾਂ ਹਾਈਡਰੋ ਪਾਵਰ। ਸੋ ਹਾਈਡਰੋ ਪਾਵਰ ਕੀ ਹੈ, ਦੈਟ ਇਜ਼ ਆਲਸੋ ਅ ਕਨਵੈਨਸ਼ਨਲ ਸੋਰਸ ਆਫ એનર્ਜੀ। ਹੁਣ ਕਨਵੈਨਸ਼ਨਲ ਸੋਰਸ ਆਫ એનર્ਜੀ ਮੀਨਸ ਕਿ ਆਪਾਂ ਹਾਈਡਰੋ ਪਾਵਰ ਮੀਨਸ ਵਾਟਰ ਦੀ ਵਰਤੋਂ ਵੀ ਕੀ ਹੈ ਕਾਫੀ ਪੁਰਾਣੇ ਟਾਈਮ ਤੋਂ ਕਰਦੇ ਆ ਰਹੇ ਹਾਂ ਫॉर ਡੂਇੰਗ ਦ ਡਿਫਰੈਂਟ ਵਰਕਸ। ਸੋ ਦੈਟ ਹਾਈਡਰੋ ਪਾਵਰ ਇਜ਼ ਆਲਸੋ ਅ ਕਨਵੈਨਸ਼ਨਲ ਸੋਰਸ ਆਫ એનર્ਜੀ, ਹਾਈਡਰੋ ਪਾਵਰ। ਸੋ ਜਿਵੇਂ ਕਿ ਨਾਮ ਤੋਂ ਹੀ ਕਲੀਅਰ ਹੈ ਕਿ ਹਾਈਡਰੋ ਪਾਵਰ ਪਲਾਂਟਸ ਦੇ ਵਿੱਚ ਆਪਾਂ ਕੀ ਯੂਜ਼ ਕਰਾਂਗੇ, ਵੀ ਵਿਲ ਯੂਜ਼ ਦ એનર્ਜੀ ਆਫ ਵਾਟਰ ਐਂਡ ਹਾਈਡਰੋ ਪਾਵਰ ਦੈਟ ਇਜ਼ ਅ ਕਨਵੈਨਸ਼ਨਲ ਸੋਰਸ ਆਫ એનર્ਜੀ। ਹੁਣ ਕਨਵੈਨਸ਼ਨਲ ਸੋਰਸ ਜਾਂ ਫਿਰ ਇਹਨੂੰ ਟ੍ਰੈਡੀਸ਼ਨਲ ਸੋਰਸ ਆਫ એનર્ਜੀ ਵੀ ਬੋਲ ਦਿੰਦੇ ਹਾਂ, ਦ ਟ੍ਰੈਡੀਸ਼ਨਲ ਸੋਰਸ ਆਫ એનર્ਜੀ। ਹੁਣ ਇਸ ਕੇਸ ਵਿੱਚ ਜੋ ਟ੍ਰੈਡੀਸ਼ਨਲ ਸੋਰਸ ਆਫ એનર્ਜੀ ਹੈ ਆਪਾਂ ਕੀ ਲੈ ਕੇ ਚੱਲ ਰਹੇ ਹਾਂ, ਦੈਟ ਇਜ਼ ਦ ਕਾਈਨੈਟਿਕ એનર્ਜੀ ਆਫ ਦ ਫਲੋਇੰਗ ਵਾਟਰ। ਕਾਈਨੈਟਿਕ એનર્ਜੀ ਆਫ ਦ ਫਲੋਇੰਗ ਵਾਟਰ or the potential energy of the water at a height। so ਆਪਾਂ ਇਹ ਦੋਨਾਂ ਚੀਜ਼ਾਂ ਨੂੰ ਕੀ ਹੈ ਐਜ਼ ਅ ਟ੍ਰੈਡੀਸ਼ਨਲ ਸੋਰਸ ਆਫ એનર્ਜੀ ਯੂਜ਼ ਕਰਦੇ ਹਾਂ। ਕੀ ਚੀਜ਼ ਆਈਦਰ ਆਪਾਂ ਯੂਜ਼ ਕਰਾਂਗੇ ਦ ਕਾਈਨੈਟਿਕ એનર્ਜੀ ਆਫ ਦ ਫਲੋਇੰਗ ਵਾਟਰ ਜਾਂ ਫਿਰ ਦ ਪੋਟੈਂਸ਼ੀਅਲ એનર્ਜੀ ਆਫ ਦ ਵਾਟਰ ਐਟ ਅ ਹਾਈਟ। ਜਿਵੇਂ ਕਿ ਤੁਸੀਂ 9th ਕਲਾਸ ਦੇ ਵਿੱਚ ਇਹ ਪੜ੍ਹਿਆ ਹੋਇਆ ਹੈ ਅਬਾਊਟ ਦ ਕਿਨੈਟਿਕ એનર્ਜੀ ਐਂਡ ਦ ਪੋਟੈਂਸ਼ੀਅਲ એનર્ਜੀ। ਜਿਵੇਂ ਕਿ ਕਿਨੈਟਿਕ એનર્ਜੀ ਕੀ ਹੁੰਦੀ ਹੈ, ਦੈਟ ਇਜ਼ ਡਿਊ ਟੂ ਦ ਮੋਸ਼ਨ ਆਫ ਐਨੀ ਆਬਜੈਕਟ। ਕੋਈ ਆਬਜੈਕਟ ਮੋਸ਼ਨ ਦੇ ਵਿੱਚ ਹੈ ਦੈਨ ਉਹ ਜਿਹੜੀ એનર્ਜੀ ਕੰਟੇਨ ਕਰੇਗਾ ਆਪਣੇ ਵਿੱਚ ਉਹਨੂੰ ਆਪਾਂ ਬੋਲਦੇ ਹਾਂ ਕਾਈਨੈਟਿਕ એનર્ਜੀ, ਦੈਟ ਮੀਨਸ ਉਹ ਮੋਸ਼ਨ ਦੇ ਵਿੱਚ ਹੈ। ਪੋਟੈਂਸ਼ੀਅਲ એનર્ਜੀ ਕੀ ਹੁੰਦੀ ਹੈ, ਉਹਦੀ ਆਪਣੀ ਕਨਫੀਗਰੇਸ਼ਨ ਕਰਕੇ ਜਾਂ ਫਿਰ ਅਗਰ ਉਹ ਇੱਕ ਪ੍ਰੋਪਰ ਕਿਸੇ ਪੋਜੀਸ਼ਨ ਦੇ ਉੱਪਰ ਕਿਸੇ ਹਾਈਟ ਦੇ ਉੱਪਰ ਪਿਆ ਹੈ ਦੈਨ ਆਪਾਂ ਉਹਨੂੰ ਕੀ ਬੋਲਦੇ ਹਾਂ, ਦੈਟ ਉਸ ਆਬਜੈਕਟ ਦੇ ਕੋਲ ਕੀ ਹੈ ਪੋਟੈਂਸ਼ੀਅਲ એનર્ਜੀ ਹੈ। ਸੋ ਹੁਣ ਆਪਾਂ ਇਨ ਦਿਸ ਕੇਸ ਹਾਈਡਰੋ ਪਾਵਰ ਪਲਾਂਟਸ ਦੇ ਵਿੱਚ ਆਪਾਂ ਗੱਲ ਕਰਾਂਗੇ ਅਬਾਊਟ ਦ ਪੋਟੈਂਸ਼ੀਅਲ એનર્ਜੀ ਆਫ ਦ ਵਾਟਰ। ਸੋ ਹਾਈਡਰੋ ਪਾਵਰ ਪਲਾਂਟਸ ਕੀ ਹਨ, ਦੇ ਯੂਜ਼ ਦ ਪੋਟੈਂਸ਼ੀਅਲ એનર્ਜੀ ਆਫ ਦ ਫਲੋਇੰਗ ਵਾਟਰ ਔਰ ਉਸ ਪੋਟੈਂਸ਼ੀਅਲ એનર્ਜੀ ਨੂੰ ਕਿਹਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ ਇਨਟੂ ਦ ਇਲੈਕਟ੍ਰੀਕਲ એનર્ਜੀ। ਸੋ ਇਹਦੇ ਵਿੱਚ ਜਿਹੜੀ ਕਨਵਰਜਨ ਹੋ ਰਹੀ ਹੈ ਉਹ ਹੋ ਰਹੀ ਹੈ ਦ ਪੋਟੈਂਸ਼ੀਅਲ એનર્ਜੀ ਆਫ ਫੋਲਿੰਗ ਵਾਟਰ ਮੀਨਸ ਜਿਹੜਾ ਹਾਈਟ ਤੋਂ ਜਿਹੜਾ ਵਾਟਰ ਫਾਲ ਕਰੇਗਾ ਉਹਨੂੰ ਆਪਾਂ ਕਨਵਰਟ ਕਰ ਰਹੇ ਹਾਂ ਇਨਟੂ ਦ ਇਲੈਕਟ੍ਰੀਕਲ એનર્ਜੀ। ਸੋ ਇਹ ਕੀ ਹੈ ਮੇਨ ਜੋ ਫੰਕਸ਼ਨਿੰਗ ਹੈ ਹਾਈਡਰੋ ਪਾਵਰ ਪਲਾਂਟਸ ਦੇ ਵਿੱਚ ਜੋ ਹੁੰਦਾ ਹੈ ਪੋਟੈਂਸ਼ੀਅਲ એનર્ਜੀ ਇਨਟੂ ਦ ਇਲੈਕਟ੍ਰੀਕਲ એનર્ਜੀ। ਸੋ ਇਹਨਾਂ ਦੇ ਲਈ ਕੀ ਹੈ ਆਪਾਂ ਨੂੰ ਡੈਮਸ ਦੀ ਕੰਸਟਰਕਸ਼ਨ ਦੀ ਜ਼ਰੂਰਤ ਪੈਂਦੀ ਹੈ। ਸੋ ਇੱਕ ਹਾਈਟ ਤੇ ਜਾ ਕੇ ਆਪਾਂ ਨੂੰ ਕੀ ਹੈ ਵਾਟਰ ਨੂੰ ਇੱਕ ਰਿਜ਼ਰਵਾਇਰ ਦੇ ਵਿੱਚ ਕੀ ਹੈ ਵੱਡੇ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖਣਾ ਪੈਂਦਾ ਹੈ। ਸੋ
ਤਾਂ ਹੀ ਆਪਾਂ ਕੀ ਹੈ ਉਹਦੀ ਪੋਟੈਂਸ਼ੀਅਲ એનર્ਜੀ ਨੂੰ ਯੂਜ਼ ਕਰਕੇ ਉਹਨੂੰ ਕਨਵਰਟ ਕਰ ਸਕਦੇ ਹਾਂ ਇਨਟੂ ਦ ਇਲੈਕਟ੍ਰੀਕਲ એનર્ਜੀ। ਉਹ ਸਾਰਾ ਪ੍ਰੋਸੈਸ ਹੁਣ ਆਪਾਂ ਦੇਖਾਂਗੇ ਕਿਸ ਤਰ੍ਹਾਂ ਹੁੰਦਾ ਹੈ। ਬਟ ਡੈਮਸ ਤੋਂ ਇਲਾਵਾ ਜਿਹੜੇ ਵਾਟਰਫਾਲਸ ਹੁੰਦੀਆਂ ਹਨ, ਵਾਟਰਫਾਲਸ ਮੀਨ ਜੋ ਜ਼ਿਆਦਾ ਹਾਈਟ ਦੇ ਉੱਪਰੋਂ ਨੀਚੋਂ ਪਾਣੀ ਗਿਰ ਰਿਹਾ ਹੈ, ਉੱਥੋਂ ਵੀ ਆਪਾਂ ਕੀ ਹੈ ਪੋਟੈਂਸ਼ੀਅਲ એનર્ਜੀ ਨੂੰ ਕਨਵਰਟ ਕਰ ਸਕਦੇ ਹਾਂ ਇਨਟੂ ਦ ਇਲੈਕਟ੍ਰੀਕਲ એનર્ਜੀ। ਬਟ ਮੋਸਟ ਆਫ ਦ ਵਾਟਰਫਾਲਸ ਮੀਨਸ ਉੱਥੇ ਕੀ ਹੈ ਇਹ ਪੋਸੀਬਲ ਨਹੀਂ ਹੁੰਦਾ। ਸੋ ਕੁਝ ਕੰਡੀਸ਼ਨਸ ਇੱਦਾਂ ਦੀਆਂ ਹੁੰਦੀਆਂ ਹਨ ਕਿ ਆਪਾਂ ਉੱਥੇ ਪ੍ਰੋਸੈਸ ਨੂੰ ਕੀ ਹੈ ਨਹੀਂ ਕਰਵਾ ਸਕਦੇ। ਸੋ ਦੈਟ ਇਜ਼ ਵਾਈ ਜਿਹੜੀ ਡੈਮਸ ਦੀ ਕੰਸਟਰਕਸ਼ਨ ਹੈ ਉਹ ਬਹੁਤ ਕੀ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। ਸੋ ਪਿਛਲੇ ਕਾਫੀ ਸਾਲਾਂ ਤੋਂ ਓਵਰ ਦ ਲਾਸਟ ਸੈਂਚੁਰੀ ਕੀ ਹੈ ਆਪਣੇ ਇੰਡੀਆ ਦੇ ਵਿੱਚ ਕੀ ਹੈ ਕਾਫੀ ਸਾਰੀ ਡੈਮਸ ਦੀ ਕੰਸਟਰਕਸ਼ਨ ਹੋਈ ਹੈ। ਤੋ ਉਹ ਡੈਮ ਦੀ ਕੰਸਟਰਕਸ਼ਨ ਕਿਉਂ ਹੋ ਰਹੀ ਹੈ? ਸੋ ਦੈਟ ਆਪਾਂ ਕੀ ਹੈ ਉਹਦੇ ਤੋਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਸਕੀਏ, ਔਰ ਇਲੈਕਟ੍ਰਿਸਿਟੀ ਪ੍ਰੋਡਿਊਸ ਕਿੱਥੋਂ ਕਰ ਸਕੀਏ? ਬਾਈ ਯੂਜ਼ਿੰਗ ਦ ਹਾਈਡਰੋ ਪਾਵਰ ਮੀਨਸ ਵਾਟਰ ਦੀ એનર્ਜੀ ਨੂੰ ਯੂਜ਼ ਕਰਕੇ ਆਪਾਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਵਾ ਰਹੇ ਹਾਂ। ਸੋ ਉਹੀ ਸਾਰਾ ਪ੍ਰੋਸੈਸ ਹੁਣ ਆਪਾਂ ਕੀ ਹੈ ਇਹਦੇ ਵਿੱਚ ਪੜ੍ਹਾਂਗੇ। ਸੋ ਉਹਦੇ ਲਈ ਆਪਾਂ ਨੂੰ ਪਹਿਲਾਂ ਇੱਕ ਥੋੜ੍ਹੀ ਜਨਰਲ ਜੀ ਡਾਇਗਰਾਮ ਆਊਟਲਾਈਨ ਦੇਖਣੀ ਹੋਏਗੀ ਕਿ ਇਹਦੇ ਵਿੱਚ ਹੁੰਦਾ ਕੀ ਹੈ ਬੇਸਿਕਲੀ। ਸੋ ਉਹਦੇ ਲਈ ਪਹਿਲੇ ਦੇਖੀਏ ਡਾਇਗਰਾਮ। सो एक ही है डायनमो या फिर जनरेटर। फर्दर अगे कनेक्टेड होंदा है पावर लाइन्स दे नाल। सो दीज आर द पावर लाइन्स। देन एक ही इधर डैम की कंस्ट्रक्शन शो कर रही हाँ मैं। डायनामो के नीचे ਆਪਾਂ ਨੂੰ शो करनी है एक टरबाइन। सो इत्थे मैं शो करन जा रही हाँ एक टरबाइन नाल ओहदे ब्लेड्स। So after this again connect हो रहा है to the river. So this is to river. Then other ये मैं शो कीते हैं गेट्स जिन्होंने आप स्लूस गेट्स बोलते हैं। एक्चुअली गेट्स की मदद के नाल ही आप की है जो रिक्वायरमेंट होएगी आप डैम के थ्रू वाटर को नीचे की है फ्लो करवा सकते हाँ। दीज आर कॉल्ड स्लूस गेट्स या फ्लड गेट्स भी बोल दें आप इन्हों। मीनस जो वाटर की क्वांटिटी मीनस जो लार्ज अमाउंट ऑफ वाटर जब आप इनू की है इतों पास करवावांगे। दैन सो दैट इज़ द फ्लो ऑफ वाटर। सो दैट आप फॉल करवा रहे हाँ अप टू द टरबाइन और ये कितने जाके कनेक्ट हो रहा है अप टू द रिवर। सो ये नाल एक कंप्लीट हो गया। प्लस इत्थे आप नाल की शो करिए दैट इज़ रिजर्वॉयर। सो इत्थे आप की है पानी स्टोर किया है। बाकी नीचे की है लोअर सरफेस। सो इत्थे की है दैट इज़ वाटर इन द रिजर्वॉयर और ये सारा पार्ट भी की है दैट इज़ ऑल्सो शोइंग द वाटर। टरबाइन तक पहुँचने तो बाद अगे टू द रिवर एंड दैट इज़ टरबाइन। सो ये अपनी जनरल आउटलाइन है अबाउट अ हाइड्रो पावर प्लांट। सो ये की है जनरली आप डैम्स को कंस्ट्रक्ट करवाने हाँ एट अ हाइट। सो आप डैम्स को कंस्ट्रक्ट करवाया ओवर अ रिवर
ਇੱਕ ਰਿਵਰ ਦੇ ਉੱਪਰ ਆਪਾਂ ਡੈਮ ਨੂੰ ਕੰਸਟਰਕਟ ਕਰਾਂਗੇ ਔਰ ਕੰਸਟਰਕਟ ਕਰਕੇ ਆਪਾਂ ਉੱਥੇ ਕੀ ਹੈ ਇੱਕ ਰਿਜ਼ਰਵਾਇਰ ਦੇ ਵਿੱਚ ਮੀਨਸ ਇੱਕ ਵੱਡੀ ਸਾਰੀ ਜਗ੍ਹਾ ਦੇ ਵਿੱਚ ਕੀ ਹੈ ਉੱਥੇ ਵਾਟਰ ਨੂੰ ਸਟੋਰ ਕਰਨਾ ਹੈ। ਸੋ ਵਾਟਰ ਨੂੰ ਸਟੋਰ ਕਰਾਂਗੇ ਸੋ ਦੈਟ ਜਿਹੜੀ ਵਾਟਰ ਹੈ ਉਹਦੇ ਵਿੱਚ ਜਿਹੜੀ એનર્ਜੀ ਹੋਏਗੀ ਕਿਸ ਫਾਰਮ ਸਟੋਰ ਹੋਏਗੀ ਇਨ ਦਾ ਫਾਰਮ ਆਫ ਪੋਟੈਂਸ਼ੀਅਲ એનર્ਜੀ। ਸੋ ਜਿਹੜਾ ਵਾਟਰ ਦਾ ਫਲੋ ਸੀ ਉਹਨੂੰ ਆਪਾਂ ਕੀ ਕੀਤਾ ਆਊਟ ਉੱਥੇ ਮਤਲਬ ਇੱਕ ਤਰ੍ਹਾਂ ਨਾਲ ਬ੍ਰੇਕ ਕਰ ਦਿੱਤਾ। ਸੋ ਜੋ ਵਾਟਰ ਪਹਿਲਾਂ ਉੱਪਰੋਂ ਫਲੋ ਕਰਦਾ ਹੋਇਆ ਹਾਈ ਲਾਈਕ ਕਿਸੇ ਮਾਊਂਟੇਨ ਦੇ ਉੱਪਰ ਅਗਰ ਆਪਾਂ ਕੋਈ ਡੈਮ ਬਣਾਇਆ ਹੈ ਸੋ ਮਾਊਂਟੇਨ ਤੋਂ ਕੀ ਹੈ ਪਾਣੀ ਨੀਚੇ ਵੱਲ ਗਿਰ ਰਿਹਾ ਹੈ ਟੂ ਦ ਰਿਵਰ। ਸੋ ਆਪਾਂ ਇਨ ਬਿਟਵੀਨ ਕੀ ਹੈ ਰਿਵਰ ਦੇ ਉੱਪਰ ਡੈਮ ਕੰਸਟਰਕਟ ਕੀਤਾ ਐਟ ਸਮ ਹਾਈਟ। ਹੁਣ ਉੱਪਰੋਂ ਜੋ ਪਾਣੀ ਆ ਰਿਹਾ ਹੈ ਡਿਊ ਟੂ ਮੋਸ਼ਨ ਉਹਦੇ ਵਿੱਚ ਕੀ ਹੈ ਕਾਈਨੈਟਿਕ એનર્ਜੀ ਹੈ। ਸੋ ਆਪਾਂ ਨੂੰ ਰਿਜ਼ਰਵਾਇਰ ਦੇ ਵਿੱਚ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜਿਵੇਂ ਜਿਵੇਂ ਪਾਣੀ ਨੀਚੇ ਆਉਂਦਾ ਜਾਏਗਾ ਰਿਜ਼ਰਵਾਇਰ ਦੇ ਵਿੱਚ ਕੀ ਹੈ ਉਹ ਇਕੱਠਾ ਹੁੰਦਾ ਜਾਏਗਾ। ਉਹਦੇ ਨਾਲ ਕੀ ਹੋਏਗਾ ਉਹਦਾ ਜਿਹੜਾ ਲੈਵਲ ਹੈ ਪਾਣੀ ਦਾ ਉਹ ਰਾਈਜ਼ ਹੁੰਦਾ ਜਾਏਗਾ। ਨਾਲ ਦੀ ਨਾਲ ਹੁਣ ਜਿਹੜੀ ਕਾਈਨੈਟਿਕ એનર્ਜੀ ਹੈ ਜੋ ਪਾਣੀ ਉੱਪਰੋਂ ਆ ਰਿਹਾ ਹੈ ਡਿਊ ਟੂ ਦਾ ਮੂਵਮੈਂਟ ਉਹ ਕਾਈਨੈਟਿਕ એનર્ਜੀ ਕਿਹਦੇ ਵਿੱਚ ਕਨਵਰਟ ਹੁੰਦੀ ਜਾਏਗੀ ਇਨਟੂ ਦਾ ਪੋਟੈਂਸ਼ੀਅਲ એનર્ਜੀ ਆਫ ਦਾ ਵਾਟਰ ਬਿਕਾਜ਼ ਆਪਾਂ ਵਾਟਰ ਨੂੰ ਕੀ ਹੈ ਇੱਕ ਹਾਈਟ ਦੇ ਉੱਪਰ ਜਾ ਕੇ ਕੀ ਹੈ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋ ਇਹਦੇ ਵਿੱਚ ਕੀ ਹੋਇਆ ਕਿ ਵਾਟਰ ਉੱਪਰੋਂ ਆ ਰਿਹਾ ਹੈ ਹਾਈਟ ਤੋਂ ਉਹਦੇ ਵਿੱਚ ਕੀ ਹੈ ਕਾਈਨੈਟਿਕ એનર્ਜੀ ਹੈ ਬਿਕਾਜ਼ ਉਹ ਕੀ ਹੈ ਮੋਸ਼ਨ ਦੇ ਵਿੱਚ ਹੈ। ਸੋ ਕਾਈਨੈਟਿਕ એનર્ਜੀ ਨੂੰ ਆਪਾਂ ਕਨਵਰਟ ਕਰ ਰਹੇ ਹਾਂ ਇਨਟੂ ਦਾ ਪੋਟੈਂਸ਼ੀਅਲ એનર્ਜੀ ਆਫ ਵਾਟਰ ਕਿਸ ਤਰ੍ਹਾਂ ਬਾਈ ਸਟੋਰਿੰਗ ਦੈਟ ਵਾਟਰ। ਸੋ ਦੇ ਫਲੋ ਨੂੰ ਆਪਾਂ ਉੱਥੇ ਬ੍ਰੇਕ ਕੀਤਾ ਉੱਥੇ ਆਪਾਂ ਰਿਜ਼ਰਵਾਇਰ ਦੇ ਵਿੱਚ ਉਸ ਵਾਟਰ ਨੂੰ ਸਟੋਰ ਕਰਨਾ ਸ਼ੁਰੂ ਕੀਤਾ। ਹੌਲੀ ਹੌਲੀ ਉਹਦਾ ਲੈਵਲ ਜੋ ਹੈ ਡੈਮ ਦੇ ਵਿੱਚ ਪਾਣੀ ਦਾ ਲੈਵਲ ਰਾਈਜ਼ ਹੋਏਗਾ। ਰਾਈਜ਼ ਹੋਣ ਦੇ ਨਾਲ ਨਾਲ ਜਿਹੜੀ ਕਾਈਨੈਟਿਕ એનર્ਜੀ ਹੈ ਉਹ ਕਿਹਦੇ 'ਚ ਕਨਵਰਟ ਹੁੰਦੀ ਜਾ ਰਹੀ ਹੈ ਇਨਟੂ ਦਾ ਪੋਟੈਂਸ਼ੀਅਲ એનર્ਜੀ ਆਫ ਵਾਟਰ। ਸੋ ਆਪਾਂ ਰਿਜ਼ਰਵਾਇਰ ਦੇ ਵਿੱਚ ਕੀ ਹੈ ਪਾਣੀ ਨੂੰ ਸਟੋਰ ਕਰਕੇ ਰੱਖਿਆ ਹੋਇਆ ਹੈ। ਅੱਗੇ ਕੀ ਹੈ ਸਲੂਸ ਗੇਟ ਸ਼ੋ ਕੀਤੇ ਹਨ ਕਿ ਵੈਨਐਵਰ ਜਦੋਂ ਆਪਾਂ ਨੂੰ ਰਿਕੁਆਇਰਮੈਂਟ ਹੋਏਗੀ ਕਿ ਜਦੋਂ ਆਪਾਂ ਇਹ ਪ੍ਰੋਸੈਸ ਕਰਵਾਉਣਾ ਹੈ ਆਪਾਂ ਕੀ ਹੈ ਉਹ ਗੇਟਸ ਨੂੰ ਖੋਲਾਂਗੇ ਔਰ ਉੱਥੋਂ ਕੀ ਹੈ ਆਪਾਂ ਵਾਟਰ ਨੂੰ ਅੱਗੇ ਫਲੋ ਕਰਵਾਵਾਂਗੇ। ਹੁਣ ਵਾਟਰ ਫਲੋ ਕਰੇਗਾ ਫਰੋਮ ਦਾ ਡੈਮ ਜੋ ਕਿ ਹੈ ਹਾਈਟ ਦੇ ਉੱਪਰ ਹੈ। ਸੋ ਹਾਈਟ ਦੇ ਉੱਪਰੋਂ ਕੀ ਹੈ ਥਰੂ ਦਾ ਪਾਈਪਸ ਉਹ ਜਿਹੜਾ ਪਾਣੀ ਹੈ ਉਹ ਨੀਚੇ ਵੱਲ ਕੀ ਹੈ ਟਰੈਵਲ ਕਰੇਗਾ ਜਦੋਂ ਆਪਾਂ ਕੀ ਹੈ ਗੇਟਸ ਨੂੰ ਖੋਲ ਦੇਵਾਂਗੇ। ਸੋ ਪਾਈਪਸ ਦੇ ਨਾਲ ਜਿਹੜੀ ਹੁਣ ਵਾਟਰ ਦੇ ਵਿੱਚ ਪੋਟੈਂਸ਼ੀਅਲ એનર્ਜੀ ਸਟੋਰ ਹੈ ਫਿਰ ਤੋਂ ਕੀ ਹੈ ਪੋਟੈਂਸ਼ੀਅਲ એનર્ਜੀ ਕਰਕੇ ਉਹ ਕੀ ਹੈ ਨੀਚੇ ਆਉਣਾ ਸ਼ੁਰੂ ਹੋਏਗਾ। ਨੀਚੇ ਆਉਂਦੇ ਕੀ ਹੈ ਆਪਾਂ ਉਹਨੂੰ ਫਾਲ ਕਰਵਾਵਾਂਗੇ ਅਪੋਨ ਅ ਟਰਬਾਈਨ। ਹੁਣ ਟਰਬਾਈਨ ਕੀ ਹੈ ਜਿਵੇਂ ਪਹਿਲੇ ਵੀ ਮੈਂ ਇਹਦੀ ਗੱਲ ਕੀਤੀ ਹੈ ਪਿਛਲੇ ਲੈਕਚਰ ਦੇ ਵਿੱਚ ਕਿ ਟਰਬਾਈਨ ਦੇ ਵਿੱਚ ਇੱਕ ਬੇਸਿਕਲੀ ਇੱਕ ਮੂਵਿੰਗ ਪਾਰਟ ਹੁੰਦਾ ਹੈ ਜਿਹਨੂੰ ਆਪਾਂ ਰੋਟਰ ਬਲੇਡ ਟਰਬਾਈਨ ਇਟ ਕੰਸਿਸਟਸ ਆਫ ਅ ਮੂਵਿੰਗ ਪਾਰਟ और मूविंग पार्ट केड़ा है दैट इज रोटर ब्लेड असेंबली। रोटर ब्लेड असेंबली रोटर ब्लेड असेंबली मैं इत्थे जो शो किया है दैट कि जब पानी आके गिरेगा अपॉन द ब्लेड्स सैन ਉਹਦੇ ਨਾਲ ਕੀ ਹੈ ਜੋ ਬਲੇਡਸ ਦੀ ਕੀ ਹੈ मूवमेंट होएगी। सो ब्लेड्स की ਹਨ ਘੁੰਮਣਾ ਸ਼ੁਰੂ ਕਰ ਦੇਣਗੇ ਪਲੱਸ ਬਲੇਡਸ ਕੀ ਹਨ ਰੋਟਰ ਦੇ ਨਾਲ ਅਟੈਚਡ ਹਨ। ਹੁਣ ਰੋਟਰ ਨੂੰ ਕੀ ਹੈ એનર્ਜੀ ਮਿਲੇਗੀ ਬਾय ਦ ਮੂਵਮੈਂਟ ਆਫ ਦ ਬਲੇਡਸ। ਸੋ ਉਹਦੀ ਮੂਵਮੈਂਟ ਦੇ ਨਾਲ ਰੋਟਰ ਦਾ ਕੀ ਹੈ એનર્ਜੀ ਜਾ ਰਹੀ ਹੈ। ਫਰਦਰ ਆਪਾਂ ਉਸ ਰੋਟਰ ਨੂੰ ਅਟੈਚ ਕੀਤਾ ਹੋਇਆ ਹੈ ਵਿਦ ਦ ਡਾਇਨਾਮੋ। ਹੁਣ ਡਾਇਨਾਮੋ ਜਾਂ ਫਿਰ ਜਨਰੇਟਰ ਸੋ ਉਹ ਜਨਰੇਟਰ ਦੀ ਸ਼ਾਫਟ ਦੇ ਨਾਲ ਅਟੈਚ ਹੈ। ਸੋ ਉਹਦੇ ਨਾਲ ਜਿਹੜੀ ਹੈ ਮੂਵਮੈਂਟ ਅੱਗੇ ਟਰੈਵਲ ਹੋ ਰਹੀ ਹੈ ਉਸ ਮੂਵਮੈਂਟ ਦੇ ਨਾਲ ਜਿਹੜੀ ਡਾਇਨਾਮੋ ਹੈ ਜਾਂ ਫਿਰ ਜਿਹੜਾ ਜਨਰੇਟਰ ਹੈ ਉਹਦੀ ਸ਼ਾਫਟ ਕੀ ਹੈ ਨਾਲ ਦੀ ਨਾਲ ਰੋਟੇਟ ਕਰਨਾ ਸ਼ੁਰੂ ਕਰ ਦੇਗੀ ਜਾਂ ਫਿਰ ਉਹ ਵੀ ਮੂਵਮੈਂਟ ਦੇ ਵਿੱਚ ਆ ਜਾਏਗੀ। ਔਰ ਆਪਾਂ ਪਿਛਲੇ ਚੈਪਟਰ ਦੇ ਵਿੱਚ ਪੜ੍ਹਿਆ ਹੈ ਕਿ ਇੱਕ ਜਨਰੇਟਰ ਕਿਸ ਤਰ੍ਹਾਂ ਮੂਵਮੈਂਟ ਨੂੰ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰਦਾ ਹੈ ਕਿ ਜਦੋਂ ਵੀ ਇਹਦੇ ਵਿੱਚ ਆਪਾਂ ਐਕਸਲ ਨੂੰ ਮੂਵ ਕਰਵਾਵਾਂਗੇ ਜਾਂ ਫਿਰ ਸ਼ਾਫਟ ਨੂੰ ਮੂਵ ਕਰਵਾਵਾਂਗੇ ਦੈਨ ਦੈਟ ਮਕੈਨੀਕਲ એનર્ਜੀ ਉਹ ਫਾਈਨਲੀ ਕਿਹਦੇ 'ਚ ਕਨਵਰਟ ਹੋ ਜਾਏਗੀ ਇਨਟੂ ਦ ਇਲੈਕਟ੍ਰੀਕਲ એનર્ਜੀ। ਫਰਦਰ ਡਾਇਨਾਮੋ ਦੇ ਨਾਲ ਅੱਗੇ ਆਪਾਂ ਕੀ ਹੈ ਪਾਵਰ ਲਾਈਨਸ ਨੂੰ ਕਨੈਕਟ ਕੀਤਾ ਹੋਇਆ ਹੈ ਕਿ ਜਿਹੜੀ ਇੱਥੋਂ ਇਲੈਕਟ੍ਰਿਸਿਟੀ ਜਾਂ ਫਿਰ ਇਲੈਕਟ੍ਰੀਕਲ એનર્ਜੀ ਪ੍ਰੋਡਿਊਸ ਹੋ ਰਹੀ ਹੈ ਉਹਨੂੰ ਆਪਾਂ ਅੱਗੇ ਤੱਕ ਕੀ ਹੈ ਟਰੈਵਲ ਕਰਵਾ ਸਕੀਏ। ਸੋ ਇਹ ਆਪਣਾ बहुत ही सिंपल जी ਇਹਦੀ वर्किंग है दैट कि ਆਪਾਂ ਨੂੰ ਰਿਵਰ ਦੇ ਉੱਪਰ ਇੱਕ ਡੈਮ ਨੂੰ ਕੰਸਟਰਕਟ ਕਰਨਾ ਹੈ। ਸੋ ਡੈਮ ਨੂੰ ਕੰਸਟਰਕਟ ਕਰਨਾ ਹੈ ਅਪ ਟੂ ਸਮ ਹਾਈ ਲੈਵਲ ਦੇ ਉੱਪਰ ਸੋ ਦੈਟ ਆਪਾਂ ਉਹਦੇ ਵਿੱਚ ਕੀ ਹੈ ਵਾਟਰ ਨੂੰ ਸਟੋਰ ਕਰ ਸਕੀਏ। ਸੋ ਜਿਹੜਾ ਵਾਟਰ ਉੱਪਰੋਂ ਆ ਰਿਹਾ ਹੈ ਜਿਹਦੇ ਵਿੱਚ ਕੀ ਹੈ ਕਾਈਨੈਟਿਕ એનર્ਜੀ ਸਟੋਰ ਹੈ ਡਿਊ ਟੂ ਦ ਮੋਸ਼ਨ ਆਫ ਵਾਟਰ। ਸੋ ਉਹ ਕਾਈਨੈਟਿਕ એનર્ਜੀ ਜਿਵੇਂ ਜਿਵੇਂ ਪਾਣੀ ਇਕੱਠਾ ਹੁੰਦਾ ਜਾਏਗਾ ਇਨਟੂ ਦ ਰਿਜ਼ਰਵਾਇਰ ਉਹ ਸਾਰੀ ਕਾਈਨੈਟਿਕ એનર્ਜੀ ਕਨਵਰਟ ਹੁੰਦੀ ਜਾਏਗੀ ਇਨਟੂ ਦ ਪੋਟੈਂਸ਼ੀਅਲ એનર્ਜੀ ਆਫ ਦ ਵਾਟਰ। ਸੋ ਹੌਲੀ ਹੌਲੀ ਸਲੋਲੀ ਜਿਹੜਾ ਉਹਦਾ ਲੈਵਲ ਹੈ ਇਨ ਦਾ ਰਿਜ਼ਰਵਾਇਰ ਵਾਟਰ ਦਾ ਲੈਵਲ ਕੀ ਹੈ ਰਾਈਜ਼ ਕਰੇਗਾ। ਸੋ ਐਟ ਸਮ ਪੁਆਇੰਟ ਜਦੋਂ ਆਪਾਂ ਕੀ ਹੈ ਫੰਕਸ਼ਨ ਨੂੰ ਕਰਵਾਉਣਾ ਹੈ ਸੋ ਜਦੋਂ ਇਹ ਚੀਜ਼ ਆਪਾਂ ਵਰਕਿੰਗ ਨੂੰ ਕਰਵਾਉਣਾ ਹੈ ਦੈਨ ਆਪਾਂ ਕੀ ਹੈ ਵੀ ਵਿਲ ਓਪਨ ਅਪ ਦਾ ਗੇਟਸ ਸਲੂਸ ਗੇਟਸ ਦੈਨ ਉੱਥੋਂ ਕੀ ਹੈ ਆਪਾਂ ਵਾਟਰ ਨੂੰ ਫਾਲ ਕਰਵਾਵਾਂਗੇ। ਸੋ ਇਹ ਐਕਚੁਅਲ ਦੇ ਵਿੱਚ ਕੀ ਹੈ ਇਹ ਕੁਝ ਹਾਈਟ ਦੇ ਉੱਪਰ ਸ਼ੋ ਕੀਤਾ ਜਾਂਦਾ ਹੈ। ਸੋ ਐਕਚੁਅਲ ਡਾਇਗਰਾਮ ਦੇ ਵਿੱਚ ਇਦਾਂ ਲੱਗ ਰਿਹਾ ਹੈ ਕਿ ਬਿਲਕੁਲ ਸੇਮ ਹਾਈਟਸ ਦੇ ਉੱਪਰ ਹਨ। ਜੋ ਇਹ ਰਿਜ਼ਰਵਾਇਰ ਹੈ ਕੁਝ ਹਾਈਟ ਤੇ ਹੋਏਗਾ ਔਰ ਆਪਾਂ ਵਾਟਰ ਨੂੰ ਕੀ ਹੈ ਇਹਦੇ ਉੱਪਰ ਫਾਲ ਕਰਵਾ ਰਹੇ ਹਾਂ ਅਪੋਨ ਦਾ ਟਰਬਾਈਨ। ਸੋ ਜਿਹੜੀ ਉਹਦੀ ਪੋਟੈਂਸ਼ੀਅਲ એનર્ਜੀ ਹੈ ਉਹਦੇ ਕਰਕੇ ਉਹ ਕੀ ਹੈ ਵਾਟਰ ਵੈਰੀ ਹਾਈ ਸਪੀਡ ਦੇ ਨਾਲ ਕੀ ਹੈ ਜਾ ਕੇ ਟਰਬਾਈਨ ਦੇ ਨਾਲ ਟਕਰਾਏਗਾ। ਸੋ ਡਿਊ ਟੂ ਦੈਟ ਟਰਬਾਈਨ ਦੇ ਵਿੱਚ ਜਿਹੜੀ ਇੱਕ ਰੋਟਰ ਬਲੇਡ ਅਸੈਂਬਲੀ ਹੈ ਉਹ ਕੰਮ ਕਰੇਗੀ।
ਸੋ ਬਲੇਡਸ ਮੂਵ ਹੋਣੇ ਸ਼ੁਰੂ ਹੋ ਜਾਣਗੇ। ਸੋ ਬਲੇਡਸ ਦੀ ਮੂਵਮੈਂਟ ਦੇ ਨਾਲ ਹੀ ਜਿਹੜਾ ਰੋਟਰ ਹੈ ਉਹਨੂੰ એનર્ਜੀ ਮਿਲੇਗੀ। ਸੋ ਰੋਟਰ ਨੂੰ ਆਪਾਂ ਅੱਗੇ ਕੀ ਹੈ ਡਾਇਨਾਮੋ ਦੇ ਨਾਲ ਕਨੈਕਟ ਕੀਤਾ ਹੈ। ਜੋ ਰੋਟਰ ਹੈ ਉਹ ਵੀ ਮੂਵਮੈਂਟ ਦੇ ਵਿੱਚ ਆ ਗਿਆ। ਸੋ ਦੈਟ ਇਜ਼ ਵਾਈ ਫਰਦਰ ਜਦੋਂ ਕਨੈਕਟ ਹੈ ਡਾਇਨਾਮੋ ਦੇ ਨਾਲ, ਉਹਦਾ ਵੀ ਜਿਹੜਾ ਐਕਸਲ ਹੈ ਜਾਂ ਫਿਰ ਜਿਹੜੀ ਸ਼ਾਫਟ ਹੈ ਉਹ ਵੀ ਕੀ ਹੈ ਰੋਟੇਟ ਕਰਨੀ ਸ਼ੁਰੂ ਹੋ ਜਾਏਗੀ। ਔਰ ਫਰਦਰ ਸਾਰਾ ਉਹੀ ਵਰਕਿੰਗ ਚੱਲੇਗੀ ਜੋ ਆਪਾਂ ਜਨਰੇਟਰ ਦੇ ਬਾਰੇ ਪੜ੍ਹ ਚੁੱਕੇ ਹਾਂ, ਦੈਟ ਕਿ ਜਿਹੜੀ ਮਕੈਨੀਕਲ એનર્ਜੀ ਹੈ ਕਿ ਜਦ ਮੂਵਮੈਂਟ ਹੋ ਰਹੀ ਹੈ ਉਹ ਮੂਵਮੈਂਟ ਕਿਹਦੇ 'ਚ ਕਨਵਰਟ ਹੁੰਦੀ ਜਾਏਗੀ, ਇਨਟੂ ਦ ਮਕੈਨੀਕਲ એનર્ਜੀ ਵਿਲ ਗੈਟ ਕਨਵਰਟਡ ਇਨਟੂ ਇਲੈਕਟ੍ਰੀਕਲ એનર્ਜੀ। ਸੋ ਉਸ ਇਲੈਕਟ੍ਰੀਕਲ એનર્ਜੀ ਜਾਂ ਫਿਰ ਉਸ ਇਲੈਕਟ੍ਰਿਸਿਟੀ ਨੂੰ ਆਪਾਂ ਅੱਗੇ ਕੀ ਹੈ ਯੂਜ਼ ਕਰ ਸਕਦੇ ਹਾਂ, ਸੋ ਥਰੂ ਦ ਪਾਵਰ ਲਾਈਨਸ। ਸੋ ਇਹ ਸਾਰੀ ਇਹਦੀ ਡਾਇਗਰਾਮ ਹੈ, ਸਿੰਪਲ ਜੀ ਡਾਇਗਰਾਮ, ਪਲੱਸ ਦੈਟ ਇੱਥੇ ਰਿਵਰ ਸ਼ੋ ਕੀਤਾ ਹੋਇਆ ਕਿ ਬਾਕੀ ਦਾ ਫਲੋ ਕੀ ਹੈ ਵਾਟਰ ਦਾ ਅੱਗੇ ਜਾਂਦਾ ਜਾਏਗਾ ਅਪ ਟੂ ਦ ਰਿਵਰ। ਸੋ ਹੁਣ ਜੋ ਇੱਥੇ ਵਾਟਰ ਸਟੋਰ ਕੀਤਾ ਹੈ ਦੈਟ ਇਜ਼, ਹੁਣ ਅਗਰ ਆਪਾਂ ਦੇਖੀਏ ਕਿ ਇਹ ਰੀਨਿਊਏਬਲ ਸੋਰਸ ਹੈ ਜਾਂ ਨਾਨ ਰੀਨਿਊਏਬਲ ਸੋਰਸ ਹੈ। ਸੋ ਇੱਥੇ ਜਿਹੜਾ ਵਾਟਰ ਆਪਾਂ ਕਲੈਕਟ ਕਰ ਰਹੇ ਹਾਂ, ਸੋ ਇਸੀ ਵਾਟਰ ਨੂੰ ਆਪਾਂ ਕੀ ਹੈ ਐਜ਼ ਅ ਸੋਰਸ ਯੂਜ਼ ਕਰ ਰਹੇ ਹਾਂ ਇਨ ਦਿਸ ਕੇਸ ਬਿਕੋਜ਼ ਹਾਈਡਰੋ ਪਾਵਰ ਪਲਾਂਟ। ਸੋ ਇਹਦੇ ਵਿੱਚ ਸੋਰਸ ਆਫ એનર્ਜੀ ਕੀ ਹੈ ਵਾਟਰ ਹੈ, ਬਟ ਜਿਹੜਾ ਇਹ ਸੋਰਸ ਹੈ ਇਹ ਕੀ ਹੈ ਆਪਣੇ ਆਪ ਰਿਪਲੈਨਿਸ਼ ਹੋ ਸਕਦਾ ਹੈ। ਕਿਸ ਤਰ੍ਹਾਂ ਰਿਪਲੈਨਿਸ਼ ਹੋ ਸਕਦਾ ਹੈ ਕਿ ਜਿਵੇਂ ਬਾਰ-ਬਾਰ ਬਾਰਿਸ਼ ਹੁੰਦੀ ਹੈ, ਬਾਰਿਸ਼ ਹੋਣ ਦੇ ਨਾਲ ਵੀ ਕੀ ਹੈ ਜਿਹੜਾ ਰਿਜ਼ਰਵੋਇਰ ਦੇ ਵਿੱਚ ਜਿਹੜਾ ਕੰਟੈਂਟ ਹੈ ਜੋ ਆਪਾਂ ਸਟੋਰ ਕਰਕੇ ਰੱਖ ਰਹੇ ਹਾਂ ਉਹ ਕੀ ਹੈ ਕੰਟੀਨਿਊਸਲੀ ਰਿਪਲੈਨਿਸ਼ ਹੋ ਸਕਦਾ ਹੈ। ਸੋ ਦੈਟ ਇਜ਼ ਵਾਈ ਆਪਾਂ ਕੀ ਹੈ ਜੋ ਹਾਈਡਰੋ ਪਾਵਰ ਹੈ, ਹਾਈਡਰੋ ਪਾਵਰ ਇਹਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਅ ਰੀਨਿਊਏਬਲ ਸੋਰਸ ਆਫ એનર્ਜੀ। ਸੋ ਦੈਟ ਇਜ਼ ਰੀਨਿਊਏਬਲ ਮੀਨਸ ਇਹਨੂੰ ਆਪਾਂ ਬਾਰ-ਬਾਰ ਕੀ ਹੈ ਰਿਪਲੈਨਿਸ਼ ਕਰ ਸਕਦੇ ਹਾਂ। ਸੋ ਹਾਈਡਰੋ ਪਾਵਰ ਇਜ਼ ਆਲਸੋ ਟਰਮਡ ਐਜ਼ ਦ renewable source of energy, renewable source, that means ਆਪਾਂ ਇਹਨੂੰ ਕੀ ਹੈ ਰਿਪਲੈਨਿਸ਼ ਕਰ ਸਕਦੇ ਹਾਂ। ਸੋ ਇਨ ਦਿਸ ਕੇਸ ਆਪਾਂ ਨੂੰ ਕੀ ਹੈ ਜ਼ਿਆਦਾ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਇਹਦੇ ਵਿੱਚ ਜਿਹੜਾ ਸੋਰਸ ਹੈ ਉਹਨੂੰ ਆਪਾਂ ਨੂੰ ਕੀ ਹੈ ਬਾਰ-ਬਾਰ ਰਿਪਲੈਨਿਸ਼ ਕਰਨਾ ਪਏਗਾ ਥਰੂ ਦ ਰੇਨਸ। ਜਿਹੜੀਆਂ ਕੰਟੀਨਿਊਸਲੀ ਰੇਨਸ ਹੋਣਗੀਆਂ ਆਪਣੀਆਂ ਉਹਦੇ ਨਾਲ ਕੀ ਹੈ ਆਪਣੀ ਜਿਹੜੀ ਇੱਥੇ ਵਾਟਰ ਰਿਕੁਆਇਰਮੈਂਟ ਹੈ ਉਹ ਪੂਰੀ ਹੋ ਸਕਦੀ ਹੈ ਔਰ ਆਪਣਾ ਸਾਰੀ ਫੰਕਸ਼ਨਿੰਗ ਇਸੇ ਤਰ੍ਹਾਂ ਕੀ ਹੈ ਚੱਲਦੀ ਰਹੇਗੀ। ਸੋ ਇਹ ਕੀ ਹੈ ਇੱਕ ਤਰ੍ਹਾਂ ਨਾਲ, ਬਿਕੋਜ਼ ਜੋ ਆਪਾਂ ਪਹਿਲੇ ਥਰਮਲ ਪਾਵਰ ਪਲਾਂਟ ਦੀ ਗੱਲ ਕੀਤੀ ਸੀ ਉਹਦੇ ਵਿੱਚ ਜਿਹੜਾ ਫਿਊਲ ਯੂਜ਼ ਹੋ ਰਿਹਾ ਸੀ ਉਹ ਸੀ ਕੋਲ। ਸੋ ਕੋਲ ਚਾਹੇ ਚੀਪ ਹੈ, ਸਸਤਾ ਹੈ ਬਾਕੀ ਫਿਊਲਸ ਦੇ ਨਾਲੋਂ, ਬਟ ਸਟਿਲ ਉਹ ਕੀ ਹੈ ਇੱਕ ਐਗਜ਼ੌਸਟੇਬਲ ਸੋਰਸ ਹੈ, ਮੀਨਸ ਉਹ ਕੀ ਹੈ ਉਹ ਖਤਮ ਹੋ ਸਕਦਾ ਹੈ ਆਫਟਰ ਲੌਂਗ ਪੀਰੀਅਡ ਆਫ ਟਾਈਮ। ਮਤਲਬ ਕਿਸੇ ਨਾ ਕਿਸੇ ਦਿਨ ਕੀ ਹੈ ਉਹਦੇ ਚਾਂਸਿਸ ਹਨ ਦੈਟ ਇਟ ਮੇ ਗੈਟ ਐਗਜ਼ੌਸਟ। ਬਟ ਇਨ ਦਿਸ ਕੇਸ ਜਿਹੜਾ ਆਪਾਂ ਸੋਰਸ ਯੂਜ਼ ਕਰ ਰਹੇ ਹਾਂ, ਸੋਰਸ ਇਜ਼ ਹਾਈਡਰੋ ਪਾਵਰ। ਸੋ ਵਾਟਰ ਨੂੰ ਆਪਾਂ ਯੂਜ਼ ਕਰ ਰਹੇ ਹਾਂ, ਵਾਟਰ ਦੀ એનર્ਜੀ ਨੂੰ ਯੂਜ਼ ਕਰ ਰਹੇ ਹਾਂ, ਬਟ ਉਹ ਕੀ ਹੈ ਉਹਨੂੰ ਆਪਾਂ ਬਾਰ-ਬਾਰ ਰਿਪਲੈਨਿਸ਼ ਕਰ ਸਕਦੇ ਹਾਂ। ਸੋ ਦੈਟ ਇਜ਼ ਵਾਈ ਸੋ ਇਹਦੇ ਵਿੱਚ ਜੋ ਆਪਾਂ ਹਾਈਡਰੋ ਪਾਵਰ ਨੂੰ ਲਵਾਂਗੇ, ਹਾਈਡਰੋ ਪਾਵਰ ਐਜ਼ ਅ ਸੋਰਸ ਆਫ એનર્ਜੀ, ਉਹਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਅ ਰੀਨਿਊਏਬਲ ਸੋਰਸ ਆਫ એનર્ਜੀ। ਸੋ ਇਹ ਆਪਣੀ ਸੀ ਗੱਲਬਾਤ ਅਬਾਊਟ ਦਾ ਹਾਈਡਰੋ ਪਾਵਰ ਪਲਾਂਟਸ, ਸੋ ਜਿਹਦੇ ਵਿੱਚ ਆਪਾਂ ਹਾਈਡਰੋ ਪਾਵਰ ਨੂੰ ਯੂਜ਼ ਕਰਦੇ ਹਾਂ ਫॉर ਜਨਰੇਟਿੰਗ ਦ ਇਲੈਕਟ੍ਰਿਸਿਟੀ। ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਇਹਦੀ ਐਡਵਾਂਟੇजेस ਦੀ ਜਾਂ ਫਿਰ ਡਿਸਐਡਵਾਂਟੇजेस ਦੀ, ਕਿ ਇਹਦੇ ਕੀ ਫਾਇਦੇ ਹੋ ਸਕਦੇ ਹਨ ਜਾਂ ਫਿਰ ਇਹਦੇ ਕੀ ਨੁਕਸਾਨ ਹਨ। ਸੋ ਹਾਈਡਰੋ ਪਾਵਰ ਪਲਾਂਟਸ ਦੇ ਵਿੱਚ ਪਹਿਲਾਂ ਆਪਾਂ ਦੇਖੀਏ ਕਿ ਇਹਦੀ ਐਡਵਾਂਟੇजेस ਕੀ ਹਨ। ਸੋ ਇਹਦੇ ਕੀ ਫਾਇਦੇ ਹਨ। ਐਡਵਾਂਟੇजेस ਸੋ ਫਰਸਟ ਐਡਵਾਂਟੇਜ ਕੀ ਹੈ ਜੋ ਆਪਾਂ ਹੁਣੇ ਗੱਲਬਾਤ ਕੀਤੀ ਹੈ, ਦੈਟ ਇਟ ਇਜ਼, ਸੋ ਇਨ ਦਿਸ ਕੇਸ ਜਿਹੜਾ ਆਪਾਂ ਸੋਰਸ ਆਫ એનર્ਜੀ ਯੂਜ਼ ਕਰ ਰਹੇ ਹਾਂ ਉਹ ਕੀ ਹੈ, ਦੈਟ ਇਜ਼ ਅ ਰੀਨਿਊਏਬਲ ਸੋਰਸ ਆਫ એનર્ਜੀ। ਸੋ ਫਰਸਟ ਐਡਵਾਂਟੇਜ ਇਜ਼ ਇਟ ਯੂਜ਼ਸ renewable source of energy। बट थर्मल पावर प्लांट ਦੇ ਵਿੱਚ ਆਪਾਂ ਕੀ ਗੱਲ ਕੀਤੀ ਸੀ ਕਿ that uses coal, ਔਰ coal ਕੀ ਹੈ, that is a non renewable source of energy। ਸੋ ਅਗਰ ਆਪਾਂ ਦੋਨਾਂ ਨੂੰ ਕੰਪੇਅਰ ਕਰਦੇ ਜਾਈਏ, ਇੱਕ ਥਰਮਲ ਪਾਵਰ ਪਲਾਂਟ ਨੂੰ ਔਰ ਇੱਕ ਕੀ ਹੈ ਹਾਈਡਰੋ ਪਾਵਰ ਪਲਾਂਟ ਨੂੰ, ਦੈਨ ਦੋਨਾਂ ਦੇ ਵਿੱਚੋਂ ਕਿਹਦੀ ਜ਼ਿਆਦਾ ਐਡਵਾਂਟੇजेस ਹੈ, that it uses renewable source of energy, so that is the advantage over the thermal power plant। सेकेंड ਇਹਦਾ ਜੋ ਐਡਵਾਂਟੇਜ ਹੈ ਉਹ ਕੀ ਹੈ, that it produces less pollution, so pollution ਤਾਂ ਹੈ, there is pollution, but अगर आप कंपेयर करिए दोनों पावर प्लांट्स ਨੂੰ, थर्मल पावर प्लांट ਨੂੰ और हाइड्रो पावर प्लांट ਨੂੰ, then pollution किस केस ਦੇ ਵਿੱਚ ਘੱਟ ਹੋ ਰਹੀ ਹੈ, that is in the case of hydro power plant, it produces less pollution than thermal power plant। ओके, सो ये कुछ ਇਹਦੀਆਂ ਐਡਵਾਂਟੇजेस ਹਨ ਜਿਹੜੀਆਂ ਕਿ ਕਵਰ ਕਰ ਰਹੀਆਂ ਹਨ ਕਿਹਦੀਆਂ ਡਿਸਐਡਵਾਂਟੇजेस ਨੂੰ ਆਫ ਦੀ ਥਰਮਲ ਪਾਵਰ ਪਲਾਂਟ। ਸੋ ਹੁਣ ਆਪਾਂ ਇਹਦੀਆਂ ਕੁਝ ਡਿਸਐਡਵਾਂਟੇजेस ਦੀ ਵੀ ਗੱਲ ਕਰੀਏ, ਬਿਕੋਜ਼ ਅਗਰ ਐਡਵਾਂਟੇजेस ਹਨ, ਹਰੇਕ ਚੀਜ਼ ਦੀਆਂ ਐਡਵਾਂਟੇजेस ਹਨ ਤਾਂ ਨਾਲ ਉਹਦੀਆਂ ਡਿਸਐਡਵਾਂਟੇजेस ਵੀ ਜ਼ਰੂਰ ਚੱਲਦੀਆਂ ਹਨ। ਸੋ ਸਮ ਨੈਗੇਟਿਵ ਪੁਆਇੰਟਸ ਜਾਂ ਫਿਰ ਡਿਸਐਡਵਾਂਟੇजेस
disadvantages of hydropower plant. So first disadvantage. ਸੋ ਪਹਿਲੀ ਡਿਸਐਡਵਾਂਟੇਜ ਕੀ ਹੈ ਕਿ ਜੋ ਆਪਾਂ ਡੈਮਸ ਨੂੰ ਕੰਸਟਰਕਟ ਕਰਵਾਉਣਾ ਹੈ ਤਾਂ ਕੰਸਟਰਕਸ਼ਨ ਆਫ ਡੈਮਸ ਉਹ ਕੀ ਹੈ ਕੁਝ ਇੱਕ ਸਪੈਸੀਫਿਕ ਪਲੇਸਿਸ ਤੇ ਹੀ ਹੋ ਸਕਦੀ ਹੈ ਲਾਈਕ ਉਹਦੇ ਲਈ ਆਪਾਂ ਨੂੰ ਕੀ ਹੈ ਇੱਕ ਤਾਂ ਰਿਵਰ ਨਜ਼ਦੀਕ ਚਾਹੀਦਾ ਹੈ ਬਿਕੋਜ਼ ਰਿਵਰ ਨਜ਼ਦੀਕ ਹੋਏਗਾ ਤਾਂ ਹੀ ਆਪਾਂ ਕੀ ਹੈ ਜੋ ਵਾਟਰ ਹੈ ਉਹਨੂੰ ਫੋਲ ਕਰਵਾ ਸਕਦੇ ਹਾਂ ਅਪ ਟੂ ਦ ਰਿਵਰ ਪਲੱਸ ਸੈਕਿੰਡ ਚੀਜ਼ ਕੀ ਹੈ ਕਿ ਆਪਾਂ ਨੂੰ ਹਾਈਟ ਚਾਹੀਦੀ ਹੈ ਸੋ ਜਨਰਲੀ ਜਿਹੜੀ ਡੈਮਸ ਦੀ ਕੰਸਟਰਕਸ਼ਨ ਹੁੰਦੀ ਹੈ ਆਪਾਂ ਕਿੱਥੇ ਕਰਵਾਉਂਦੇ ਹਾਂ ਇਨ ਐਨੀ ਹਿਲੀ ਜਾਂ ਮਾਊਂਟੇਨੀਅਸ ਰੀਜਨਸ ਸੋ ਫਰਸਟ ਇਹਦੀ ਡਿਸਐਡਵਾਂਟੇਜ ਕੀ ਹੋਏਗੀ ਦੈਟ ਦ ਕੰਸਟਰਕਸ਼ਨ ਜਾਂ dams are constructed only in the specific places like hilly areas. So इस पॉइंट का की मतलब है कि आप ਆਪਣੀ ਮਰਜ਼ੀ ਨਾਲ ਕਿਸੇ ਵੀ ਜਗ੍ਹਾ ਦੇ ਉੱਪਰ ਉੱਥੇ ਡੈਮ ਕੰਸਟਰਕਟ ਕਰਵਾ ਕੇ ਉੱਥੋਂ ਦੀ ਆਪਾਂ ਉਸ ਵਾਟਰ ਦੀ ਪੋਟੈਂਸ਼ੀਅਲ એનર્ਜੀ ਨੂੰ ਇਲੈਕਟ੍ਰਿਸਿਟੀ 'ਚ ਕਨਵਰਟ ਨਹੀਂ ਕਰਵਾ ਸਕਦੇ ਸੋ ਉਹਦੇ ਲਈ ਕੀ ਹੈ ਆਪਾਂ ਨੂੰ ਕੁਝ ਸਪੈਸੀਫਿਕ ਪਲੇਸਿਸ ਹੀ ਰਿਕੁਆਇਰਡ ਹਨ ਸੋ ਉਹਨਾਂ ਦੇ ਉੱਪਰ ਹੀ ਆਪਾਂ ਕੀ ਹੈ ਹਾਈਡਰੋ ਪਾਵਰ ਪਲਾਂਟਸ ਨੂੰ ਆਪਾਂ ਉੱਥੇ ਲਗਾ ਸਕਦੇ ਹਾਂ ਸੋ ਡੈਮਸ ਆਰ ਕੰਸਟਰਕਟਡ ਓਨਲੀ ਇਨ ਸਮ ਸਪੈਸੀਫਿਕ ਪਲੇਸਿਸ ਲਾਈਕ ਸਮ ਹਿਲੀ ਏਰੀਆਜ਼ ਸੈਕਿੰਡ ਪੁਆਇੰਟ ਕੀ ਹੈ ਹੁਣ ਸੈਕਿੰਡ ਡਿਸਐਡਵਾਂਟੇਜ ਕੀ ਹੈ ਕਿ ਇਹਦੇ ਨਾਲ ਕੀ ਹੈ ਹੁਣ ਜਿਹੜੀ ਜਗ੍ਹਾ ਦੇ ਉੱਪਰ ਆਪਾਂ ਡੈਮ ਕੰਸਟਰਕਟ ਕਰਵਾ ਰਹੇ ਹਾਂ ਸੋ ਉਹਦੇ ਲਈ ਕੀ ਹੈ ਵੈਰੀ ਲਾਰਜ ਸਪੇਸ ਇਜ਼ ਰਿਕੁਆਇਰਡ ਸੋ ਬਹੁਤ ਜ਼ਿਆਦਾ ਜਗ੍ਹਾ ਕੀ ਹੈ ਆਪਾਂ ਨੂੰ ਉੱਥੇ ਚਾਹੀਦੀ ਹੈ ਸੋ ਉਹਦੇ ਨਾਲ ਕੀ ਹੋਏਗਾ ਜਿਹੜਾ ਉੱਥੇ ਹੋ ਸਕਦਾ ਹੈ ਉੱਥੇ ਪਹਿਲਾਂ ਕੋਈ ਐਗਰੀਕਲਚਰਲ ਲੈਂਡ ਹੋਵੇ ਮੀਨਸ ਉੱਥੇ ਕੋਈ ਐਗਰੀਕਲਚਰ ਹੋ ਰਿਹਾ ਹੋਵੇ ਕ੍ਰੌਪਸ ਵਗੈਰਾ ਹੋਣ ਜਾਂ ਫਿਰ ਉੱਥੇ ਕੋਈ ਹਿਊਮਨ ਪੋਪੂਲੇਸ਼ਨ ਵੀ ਹੋ ਸਕਦੀ ਹੈ ਮੀਨਸ ਉੱਥੇ ਕੀ ਹੈ ਘਰ ਹੋ ਸਕਦੇ ਹਨ ਲੋਕਾਂ ਦੇ ਸੋ ਉਹਦੇ ਨਾਲ ਕੀ ਹੈ ਅਗਰ ਆਪਾਂ ਉੱਥੇ ਡੈਮ ਕੰਸਟਰਕਟ ਕਰਵਾਉਣਾ ਹੈ ਬਿਕੋਜ਼ ਇੱਕ ਤਾਂ ਆਪਣੇ ਕੋਲ ਪਹਿਲਾਂ ਹੀ ਕੀ ਹੈ ਕੁਝ ਮੀਨਸ ਆਪਾਂ ਕੀ ਕੁਝ ਸਪੈਸੀਫਿਕ ਪਲੇਸਿਸ ਹੀ ਲੈਣੀਆਂ ਹਨ ਸੋ ਉਹਨਾਂ ਸਪੈਸੀਫਿਕ ਪਲੇਸਿਸ ਦੇ ਉੱਪਰ ਹੀ ਜਦ ਆਪਾਂ ਡੈਮਸ ਨੂੰ ਕੰਸਟਰਕਟ ਕਰਵਾਵਾਂਗੇ ਸੋ ਦੈਟ ਬਿਕਮਸ ਵੈਰੀ ਇੰਪੋਰਟੈਂਟ ਕਿ ਆਪਾਂ ਨੂੰ ਉੱਥੇ ਜੋ ਐਗਰੀਕਲਚਰਲ ਲੈਂਡ ਹੈ ਚਾਹੇ ਉਹ ਆਪਣੇ ਲਈ ਇੰਪੋਰਟੈਂਟ ਹੈ ਉਹਨੂੰ ਕੀ ਹੈ ਕਲੀਅਰ ਆਊਟ ਕਰਨਾ ਪਏਗਾ ਸਾਫ਼ ਕਰਨਾ ਪਏਗਾ ਜਾਂ ਫਿਰ ਅਗਰ ਕੋਈ ਹਿਊਮਨ ਹੈਬਿਟੈਟ ਹੈ ਮੀਨਸ ਅਗਰ ਉੱਥੇ ਕੋਈ ਹਿਊਮਨ ਪੋਪੂਲੇਸ਼ਨ ਹੈ ਦੈਨ ਉਹਨੂੰ ਵੀ ਕੀ ਹੈ ਕਲੀਅਰ ਆਊਟ ਕਰਨਾ ਪਏਗਾ ਉਹਨਾਂ ਨੂੰ ਕੀ ਹੈ ਰੀਹੈਬਿਲਿਟੇਸ਼ਨ ਕਰਵਾਉਣੀ ਪਏਗੀ ਸੋ ਦੈਟ ਇਜ਼ ਦ ਸੈਕਿੰਡ ਡਿਸਐਡਵਾਂਟੇਜ ਦੈਟ ਇਟ ਕਾਜ਼ਸ या फिर large areas of agricultural land and human habitats have to get disturbed. So एक ही है second disadvantage that large areas of agricultural land and human habitats have to get disturbed because ਉੱਥੇ ਕੀ ਹੈ ਆਪਾਂ ਨੂੰ ਉਸ large area ਦੇ ਵਿੱਚ dams ਦੀ construction ਕਰਵਾਉਣੀ ਹੈ third point that is vegetation gets submerged. वेजिटेशन गेट्स सबमर्ज ਦਾ ਕੀ ਮਤਲਬ ਹੈ ਕਿ ਜੋ ਸੈਕਿੰਡ ਪੁਆਇੰਟ ਦੀ ਆਪਾਂ ਗੱਲਬਾਤ ਕੀਤੀ ਕਿ ਮੰਨ ਲਓ ਜਿਸ ਜਗ੍ਹਾ ਦੇ ਉੱਪਰ ਆਪਾਂ ਡੈਮਸ ਕੰਸਟਰਕਟ ਕਰਵਾ ਰਹੇ ਹਾਂ ਉੱਥੇ ਕੀ ਹੈ ਕੋਈ ਐਗਰੀਕਲਚਰ ਲੈਂਡ ਜਾਂ ਫਿਰ ਕੋਈ ਫੋਰੈਸਟ ਵੀ ਹੋ ਸਕਦਾ ਹੈ ਸੋ ਆਪਾਂ ਨੂੰ ਕਲੀਅਰ ਕਰਵਾਇਆ ਸੋ ਉੱਥੇ ਜੋ ਪ੍ਰੈਜ਼ੈਂਟ ਵੈਜੀਟੇਸ਼ਨ ਸੀ ਉਹ ਕੀ ਹੈ ਡੈਮ ਦੀ ਕੰਸਟਰਕਸ਼ਨ ਦੇ ਨਾਲ ਨੀਚੇ ਦਬ ਜਾਏਗੀ ਜਾਂ ਸਬਮਰਜ ਹੋ ਜਾਏਗੀ ਸੋ ਉਹਦੇ ਨਾਲ ਕੀ ਹੋਏਗਾ ਜਿਹੜੀ ਵੈਜੀਟੇਸ਼ਨ ਨੀਚੇ ਸਬਮਰਜ ਹੋ ਚੁੱਕੀ ਹੈ ਅੰਡਰ ਦ ਐਨਾਰੋਬਿਕ ਕੰਡੀਸ਼ਨਸ ਹੁਣ ਐਨਾਰੋਬਿਕ ਕੰਡੀਸ਼ਨ ਕੀ ਹੁੰਦੀ ਹੈ ਵਨ ਇਜ਼ ਦ ਐਰੋਬਿਕ ਇੱਕ ਹੁੰਦੀ ਹੈ ਐਨਾਰੋਬਿਕ ਐਰੋਬਿਕ ਮੀਨਸ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਐਨਾਰੋਬਿਕ ਮੀਨਸ ਆਕਸੀਜਨ ਦੀ ਐਬਸੈਂਸ ਦੇ ਵਿੱਚ ਸੋ ਜਿਹੜੀ ਵੈਜੀਟੇਸ਼ਨ ਸਬਮਰਜ ਹੋਈ ਹੈ ਐਨਾਰੋਬਿਕ ਕੰਡੀਸ਼ਨਸ ਦੇ ਅੰਡਰ ਕੀ ਹੈ ਉਹ ਪ੍ਰੋਡਿਊਸ ਕਰਦੀ ਹੈ ਮਿਥੇਨ ਗੈਸ ਸੋ ਜਿਹੜੀ ਨੀਚੇ ਵੈਜੀਟੇਸ਼ਨ ਸਬਮਰਜ ਹੋਈ ਡਿਊ ਟੂ ਦ ਕੰਸਟਰਕਸ਼ਨ ਆਫ ਡੈਮਸ ਉੱਥੇ ਕੀ ਸੀ ਪਹਿਲੇ ਕੋਈ ਐਗਰੀਕਲਚਰਲ ਲੈਂਡ ਸੀ ਜਾਂ ਫਿਰ ਕੋਈ ਫੋਰੈਸਟ ਸੀ ਸੋ ਜਿਹੜੀ ਵੈਜੀਟੇਸ਼ਨ ਨੀਚੇ ਦਬ ਗਈ ਅੰਡਰ ਦ ਐਨਾਰੋਬਿਕ ਕੰਡੀਸ਼ਨਸ ਮੀਨਸ ਇਨ ਦ ਐਬਸੈਂਸ ਆਫ ਆਕਸੀਜਨ ਉਹ ਪ੍ਰੋਡਿਊਸ ਕਰੇਗੀ ਮਿਥੇਨ ਗੈਸ ਹੁਣ ਮਿਥੇਨ ਗੈਸ ਕੀ ਹੈ ਦੈਟ ਇਜ਼ ਆਲਸੋ ਵੈਰੀ ਹਾਰਮਫੁਲ ਮਿਥੇਨ ਗੈਸ ਨੂੰ ਆਪਾਂ ਬੋਲਦੇ ਹਾਂ ਸੋ ਗ੍ਰੀਨ ਹਾਊਸ ਗੈਸਿਸ ਕੁਝ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਕੀ ਹੈ ਜੋ ਅਰਥ ਹੈ
ਉਹਦਾ ਟੈਂਪਰੇਚਰ ਰਾਈਜ਼ ਹੁੰਦਾ ਹੈ। ਸੋ ਮਿਥੇਨ ਕੀ ਹੈ, ਦੈਟ ਇਜ਼ ਆਲਸੋ ਅ ਗ੍ਰੀਨ ਹਾਊਸ ਗੈਸ। ਸੋ ਗ੍ਰੀਨ ਹਾਊਸ ਇਫੈਕਟ ਬਾਰੇ ਮੇ ਬੀ ਤੁਸੀਂ ਸੁਣਿਆ ਹੋਏਗਾ ਕਿ ਗ੍ਰੀਨ ਹਾਊਸ ਇਫੈਕਟ ਕੀ ਹੈ, ਦੈਟ ਇਜ਼ ਦ ਰਾਈਜ਼ ਇਨ ਦ ਟੈਂਪਰੇਚਰ ਆਫ ਦ ਅਰਥ। ਸੋ ਕੰਟੀਨਿਊਸਲੀ ਕੀ ਹੈ, ਕੁਝ ਹਾਰਮਫੁਲ ਗੈਸਿਸ ਕੀ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਕਾਰਬਨ ਡਾਈਆਕਸਾਈਡ ਵੀ ਵੈਰੀ ਇੰਪੋਰਟੈਂਟ ਹੈ ਕਿ ਉਹਦੇ ਨਾਲ ਕੀ ਹੈ ਗ੍ਰੀਨ ਹਾਊਸ ਇਫੈਕਟ ਹੁੰਦਾ ਹੈ। ਮਿਥੇਨ ਇਜ਼ ਆਲਸੋ ਅ ਗੈਸ ਵਿਚ ਇਜ਼ ਕਾਲਡ ਦ ਗ੍ਰੀਨ ਹਾਊਸ ਗੈਸ। ਉਹਦੇ ਨਾਲ ਕੀ ਹੈ ਜੋ ਅਰਥ ਦਾ ਟੈਂਪਰੇਚਰ ਹੈ ਕੰਟੀਨਿਊਸਲੀ ਕੀ ਹੈ ਰਾਈਜ਼ ਹੁੰਦਾ ਜਾ ਰਿਹਾ ਹੈ, ਔਰ ਉਸੇ ਚੀਜ਼ ਨੂੰ ਆਪਾਂ ਕੀ ਗਲੋਬਲ ਵਾਰਮਿੰਗ। ਸੋ ਇਹ ਕੁਝ ਕਾਮਨ ਜਿਹੀਆਂ ਟਰਮਸ ਹਨ, ਤੁਸੀਂ ਆਮ ਤੌਰ 'ਤੇ ਸੁਣੀਆਂ ਵੀ ਹੋਣਗੀਆਂ। ਸੋ ਇਹਦੇ 'ਚ ਕੀ ਡਿਸਐਡਵਾਂਟੇਜ ਹੈ ਮੇਨ, vegetation gets submerged under the dams and under anaerobic conditions produces methane gas and which is also called greenhouse gas. So ये है अपनी third disadvantage. So vegetation gets submerged under the dams and under anaerobic conditions, means in the absence of oxygen it produces methane gas which is called the greenhouse gas। और ग्रीन हाउस गैस मैं पहले ही दस चुकी हाँ कि ग्रीन हाउस गैस की है ਜਿਹਦੇ ਨਾਲ ਕੀ ਹੈ ਆਪਣੀ ਜੋ ਐਟਮੋਸਫੇਅਰ ਹੈ, ਜੋ ਸਰਾਊਂਡਿੰਗਸ ਹੈ, ਉਹਦਾ ਟੈਂਪਰੇਚਰ ਕੀ ਹੈ ਕੰਟੀਨਿਊਸਲੀ ਰਾਈਜ਼ ਹੋਏਗਾ। ਉਹ ਆਪਾਂ ਨੂੰ ਪਤਾ ਹੀ ਹੈ ਕਿ ਅਰਥ ਦੇ ਉੱਪਰ ਕੀ ਹੈ ਪਹਿਲੇ ਹੀ ਇਹ ਕੰਡੀਸ਼ਨ ਹੈ ਕਿ ਟੈਂਪਰੇਚਰ ਅਰਥ ਦਾ ਕੀ ਹੈ ਰਾਈਜ਼ ਹੁੰਦਾ ਜਾ ਰਿਹਾ ਹੈ। ਜਿਵੇਂ ਵੀ ਸੀਜ਼ਨ ਆਉਂਦਾ ਹੈ ਆਪਣਾ ਗਰਮੀ ਦਾ, ਹਮੇਸ਼ਾ ਹੀ ਕੀ ਹੈ ਜ਼ਿਆਦਾ ਤੋਂ ਜ਼ਿਆਦਾ ਗਰਮੀ ਹੁੰਦੀ ਹੈ। ਸੋ ਟੈਂਪਰੇਚਰ ਆਫ ਅਰਥ ਦੈਟ ਇਜ਼ ਕੰਟੀਨਿਊਸਲੀ ਰਾਈਜ਼ਿੰਗ ਅਪ, ਔਰ ਉਸ ਕੰਡੀਸ਼ਨ ਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਕਾਲਡ ਗਲੋਬਲ ਵਾਰਮਿੰਗ। ਔਰ ਇਸ ਤੋਂ ਬਾਅਦ ਇੱਕ ਹੋਰ ਡਿਸਐਡਵਾਂਟੇਜ ਹੈ, ਦੈਟ ਇਜ਼ ਹੁਣ ਜੋ ਸੈਕਿੰਡ ਪੁਆਇੰਟ ਸੀ, ਦੈਟ ਇਜ਼ ਦ ਲਾਰਜ ਏਰੀਆ ਆਫ ਐਗਰੀਕਲਚਰਲ ਲੈਂਡ ਐਂਡ ਹਿਊਮਨ ਹੈਬੀਟੈਟਸ ਹੈਵ ਟੂ ਗੈਟ ਡਿਸਟਰਬਡ। ਸੋ ਫੋਰਥ ਪੁਆਇੰਟ ਕੀ ਹੈ ਇਹਦੇ ਨਾਲ ਹੀ ਰਿਲੇਟਡ ਹੈ। ਸੋ ਉਹ ਪੁਆਇੰਟ ਕੀ ਹੋਏਗਾ ਕਿ ਜੋ ਐਗਰੀਕਲਚਰਲ ਲੈਂਡ ਦੇ ਨਾਲ ਰਿਲੇਟਡ ਪੁਆਇੰਟ ਹੋ ਗਿਆ ਥਰਡ, ਬਟ ਅਬਾਊਟ ਹਿਊਮਨ ਹੈਬੀਟੈਟਸ। ਹੁਣ ਉਸ ਜਗ੍ਹਾ ਤੋਂ ਆਪਾਂ ਕੀ ਹੈ ਜੋ ਹਿਊਮਨ ਪੋਪੂਲੇਸ਼ਨ ਸੀ ਉਹਨੂੰ ਕੀ ਹੈ ਡਿਸਟਰਬ ਕਰਨਾ ਪਿਆ, ਮੀਨਸ ਉੱਥੋਂ ਉਹਨਾਂ ਨੂੰ ਹਟਾਉਣਾ ਪਿਆ। ਸੋ ਹੁਣ ਜਿਹੜੇ ਹਿਊਮਨਸ ਉੱਥੋਂ ਦੀ ਹਟੇ ਹਨ, ਮੀਨਸ ਜਿਹੜੇ ਉਹਨਾਂ ਦੇ ਘਰ ਉੱਥੋਂ ਦੀ ਹਟਾਏ ਗਏ ਹਨ, ਉਹਨਾਂ ਨੂੰ ਦੁਬਾਰਾ ਤੋਂ ਕੀ ਹੈ ਰੀਹੈਬਿਟੇਸ਼ਨ ਆਪਾਂ ਨੂੰ ਪ੍ਰੋਵਾਈਡ ਕਰਨੀ ਪਏਗੀ। ਸੋ ਦੈਟ ਇਜ਼ ਆਲਸੋ ਦਾ ਡਿਸਐਡਵਾਂਟੇਜ। ਸੋ ਉਹਨਾਂ ਨੂੰ ਜਿਹੜੀ ਰਿਕੁਆਇਰਡ ਹੈ, ਮੀਨਸ ਉਹਨਾਂ ਨੂੰ ਜਿੱਦਾਂ ਦੀ ਚਾਹੀਦੀ ਹੈ ਦੁਬਾਰਾ ਤੋਂ ਹੈਬੀਟੈਟ ਚਾਹੀਦਾ ਹੈ, ਉਹ ਉਹਨਾਂ ਨੂੰ ਪ੍ਰੋਵਾਈਡ ਕਰਨਾ, ਦੈਟ ਇਜ਼ ਆਲਸੋ ਅ ਵੈਰੀ ਇੰਪੋਰਟੈਂਟ ਪਾਰਟ। ਸੋ ਉਹ ਵੀ ਕੀ ਹੈ ਡਿਸਐਡਵਾਂਟੇਜ ਦੇ ਅੰਡਰ ਹੀ ਕਵਰ ਹੁੰਦਾ ਹੈ। ਸੋ ਫੋਰਥ ਪੁਆਇੰਟ ਕੀ ਆਏਗਾ, ਪ੍ਰੋਵਾਈਡਿੰਗ ਦ ਫੇਵਰੇਬਲ ਜਾਂ ਫਿਰ ਰਿਕੁਆਇਰਡ, ਮੀਨਸ ਜਿਸ ਤਰ੍ਹਾਂ ਦਾ ਹੈਬੀਟੈਟ ਉਹ ਚਾਹੁੰਦੇ ਹਨ, ਹੈਬੀਟੈਟਸ ਫॉर the human population, that got disturbed। सो ये है लास्ट और फोर्थ पॉइंट, दैट प्रोवाइडिंग द फेवरेबल और द रिक्वायर्ड हैबीटैट्स, मीनस जिस तरह का हैबीटैट वो की ਹਨ ਚਾਹੁੰਦੇ ਹਨ, ਉਹੀ ਕੰਡੀਸ਼ਨਸ ਜੋ ਜਿਸ ਕੰਡੀਸ਼ਨਸ ਦੇ ਵਿੱਚ ਉਹ ਪਹਿਲਾਂ ਰਹਿ ਰਹੇ ਹਨ ਉੱਦਾਂ ਦਾ ਹੀ ਹੈਬੀਟੈਟ ਉਹਨਾਂ ਨੂੰ ਪ੍ਰੋਵਾਈਡ ਕਰਵਾਉਣਾ। ਕਿਹੜੀ ਪੋਪੂਲੇਸ਼ਨ ਨੂੰ, ਟੂ ਦੈਟ ਹਿਊਮਨ ਪੋਪੂਲੇਸ਼ਨ ਜਿਹੜੀ ਪਹਿਲਾਂ ਕੀ ਹੈ ਡਿਸਟਰਬ ਹੋ ਚੁੱਕੀ ਹੈ ਡਿਊ ਟੂ ਦ ਕੰਸਟਰਕਸ਼ਨ ਆਫ ਦ ਡੈਮਸ। ਮੀਨਸ ਜਿੱਥੇ ਆਪਾਂ ਡੈਮਸ ਨੂੰ ਕੰਸਟਰਕਟ ਕਰਵਾਇਆ ਉੱਥੇ ਜਿੰਨੇ ਵੀ ਲੋਕਾਂ ਦੇ ਘਰ ਸੀ ਉਹ ਸਾਰੀ ਪੋਪੂਲੇਸ਼ਨ ਨੂੰ ਦੁਬਾਰਾ ਤੋਂ ਆਪਾਂ ਕੀ ਕਰਵਾਉਣਾ ਹੈ, ਰੀਹੈਬਿਲਿਟੇਟ ਕਰਵਾਉਣਾ ਹੈ। ਸੋ ਉਹ ਵੀ ਕੀ ਹੈ ਇੱਕ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਸੋ ਦੈਟ ਆਲਸੋ ਕਮਸ ਅੰਡਰ ਦ ਡਿਸਐਡਵਾਂਟੇਜਸ। ਸੋ ਇਹ ਕੀ ਹਨ ਕੁਝ ਡਿਸਐਡਵਾਂਟੇਜਸ ਹਨ ਅਬਾਊਟ ਦ ਹਾਈਡਰੋ ਪਾਵਰ ਪਲਾਂਟ। ਸੋ ਉਹਨਾਂ ਦੀ ਕੰਸਟਰਕਸ਼ਨ ਦੇ ਨਾਲ ਕੀ ਹੈ ਕਾਫੀ ਸਾਰੇ ਡਿਸਐਡਵਾਂਟੇਜਸ ਆਰ ਦੇਅਰ। ਆਲਸੋ ਅਗਰ ਆਪਾਂ ਗੱਲ ਕਰੀਏ ਕਿ ਜੋ ਸਰਦਾਰ ਸਰੋਵਰ ਪ੍ਰੋਜੈਕਟ ਸੀ, ਦੈਟ ਵਾਜ਼ ਜੋ ਨਰਮਦਾ ਦੇ ਉੱਪਰ ਕੀ ਹੈ ਸਰਦਾਰ ਸਰੋਵਰ ਪ੍ਰੋਜੈਕਟ ਇਜ਼ ਦੈਟ ਕਿ ਆਪਾਂ ਉਹ ਡੈਮ ਉਹਨਾਂ ਨੇ ਕੰਸਟਰਕਟ ਕਰਵਾਉਣਾ ਸੀ ਅਪੋਨ ਨਰਮਦਾ ਰਿਵਰ।
ਸੋ ਉਹਦੇ ਉੱਪਰ ਵੀ ਕੀ ਹੈ ਸੇਮ ਇਹੀ ਸਾਰੀਆਂ ਉਹਨਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਦੈਟ ਕਿ ਜੋ ਉੱਥੇ ਹਿਊਮਨ ਪੋਪੂਲੇਸ਼ਨ ਹੈ ਉਹਨਾਂ ਨੂੰ ਦੁਬਾਰਾ ਕੀ ਹੈ ਉਹਨਾਂ ਨੂੰ ਘਰ ਦੇਣੇ ਪੈਣਗੇ ਜਾਂ ਦੁਬਾਰਾ ਨਵੇਂ ਹੈਬਿਟੈਟਸ ਦੇਣੇ ਪੈਣਗੇ। ਸੋ ਉਹਦੇ ਲਈ ਕੀ ਹੈ ਮੋਸਟਲੀ ਕਾਫੀ ਲੋਕਾਂ ਨੇ ਕੀ ਹੈ ਅਪੋਜ਼ ਕੀਤਾ ਸੀ ਉਸਨੂੰ ਕਿ ਦੈਟ ਇਹ ਜਿਹੜਾ ਪ੍ਰੋਜੈਕਟ ਹੈ ਨਰਮਦਾ ਰਿਵਰ ਦੇ ਉੱਪਰ ਉਹ ਕੀ ਹੈ ਇੱਥੇ ਨਹੀਂ ਹੋਣਾ ਚਾਹੀਦਾ। ਔਰ ਕਿਹੜਾ ਪ੍ਰੋਜੈਕਟ ਸੀ ਦੈਟ ਵਾਜ਼ ਦ ਸਰਦਾਰ ਸਰੋਵਰ ਡੈਮ। ਸੋ ਇਹ ਸਾਰੀਆਂ ਸੀ ਡਿਸਐਡਵਾਂਟੇਜਸ ਔਰ ਇਹ ਸੀ ਐਡਵਾਂਟੇਜਸ। ਸੋ ਇਹਦੇ ਵਿੱਚ ਆਪਾਂ ਹਾਈਡਰੋ ਪਾਵਰ ਪਲਾਂਟ ਦੇ ਵਿੱਚ ਗੱਲ ਕੀਤੀ ਅਬਾਊਟ ਦ ਹਾਈਡਰੋ ਪਾਵਰ। ਹਾਈਡਰੋ ਪਾਵਰ ਕੀ ਹੈ ਦੈਟ ਇਜ਼ ਦ એનર્ਜੀ ਵੀ ਗੈਟ ਫਰੋਮ ਵਾਟਰ। ਸੋ ਵਾਟਰ ਤੋਂ ਜਿਹੜੀ ਆਪਾਂ ਨੂੰ એનર્ਜੀ ਮਿਲਦੀ ਹੈ ਉਹਨੂੰ ਆਪਾਂ ਹਾਈਡਰੋ ਪਾਵਰ ਬੋਲਦੇ ਹਾਂ। ਹਾਈਡਰੋ ਪਾਵਰ ਨੂੰ ਯੂਜ਼ ਕਰਕੇ ਆਪਾਂ ਕੀ ਕੀਤਾ ਸੋ ਡਿਊਰਿੰਗ ਦ ਪ੍ਰੋਸੈਸ ਆਪਾਂ ਦੇਖਿਆ ਕਿ ਰਿਵਰਸ ਦੇ ਉੱਪਰ ਆਪਾਂ ਡੈਮਸ ਨੂੰ ਕੰਸਟਰਕਟ ਕਰਵਾਇਆ ਅਪ ਟੂ ਸਮ ਹਾਈਟ। ਸੋ ਹਾਈਟ ਦੇ ਉੱਪਰ ਜਾ ਕੇ ਆਪਾਂ ਉੱਥੇ ਕੀ ਹੈ ਵਾਟਰ ਨੂੰ ਕਲੈਕਟ ਕਰ ਰਹੇ ਹਾਂ। ਸੋ ਜਿਹੜਾ ਵਾਟਰ ਫਾਲ ਹੋ ਰਿਹਾ ਹੈ ਫਰੋਮ ਦ ਮਾਊਂਟੇਨਸ ਫਰੋਮ ਸਮ ਹਾਈਟ ਸੋ ਕਿਨੇਟਿਕ એનર્ਜੀ ਨੂੰ ਆਪਾਂ ਕੀ ਹੈ ਇਨਟੂ ਦ ਪੋਟੈਂਸ਼ੀਅਲ એનર્ਜੀ ਕਨਵਰਟ ਕਰਵਾਇਆ। ਪੋਟੈਂਸ਼ੀਅਲ એનર્ਜੀ ਦੇ ਵਿੱਚ ਕੀ ਹੈ ਉਹ ਕਨਵਰਟ ਹੋਇਆ ਔਰ ਆਪਾਂ ਉੱਥੇ ਕੀ ਹੈ ਉਸ ਰਿਜ਼ਰਵੋਇਰ ਦੇ ਵਿੱਚ ਉਹਨੂੰ ਸਟੋਰ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਜਦ ਰਾਈਜ਼ ਹੋਏਗਾ ਉਹਦਾ ਵਾਟਰ ਦਾ ਲੈਵਲ ਰਾਈਜ਼ ਹੋਏਗਾ ਦੈਨ ਵੀ ਵਿਲ ਫਾਲ that water upon the turbines। ਸੋ ਜਿਹੜੇ ਗੇਟਸ ਹੋਣਗੇ ਜਿਨ੍ਹਾਂ ਨੂੰ ਆਪਾਂ ਸਲੂਜ਼ ਗੇਟਸ ਬੋਲਦੇ ਹਾਂ ਉਹਨਾਂ ਨੂੰ ਆਪਾਂ ਕੀ ਹੈ ਓਪਨ ਕਰਵਾ ਕੇ ਜੋ ਵਾਟਰ ਹੈ ਉਹਨੂੰ ਆਪਾਂ ਵਿਦ ਹਾਈ ਸਪੀਡ ਫਾਲ ਕਰਵਾਵਾਂਗੇ upon the turbines। ਸੋ ਟਰਬਾਈਨਸ ਦੇ ਵਿੱਚ ਕੀ ਹੈ ਜਿਹੜਾ ਰੋਟਰ ਬਲੇਡ ਅਸੈਂਬਲੀ ਹੈ ਉਹ ਕੀ ਹੈ ਮੋਸ਼ਨ ਦੇ ਵਿੱਚ ਆਏਗਾ। ਸੋ ਬਲੇਡਸ ਦੀ ਰੋਟੇਸ਼ਨ ਦੇ ਨਾਲ ਜੋ ਸ਼ਾਫਟ ਹੈ ਉਹਨੂੰ ਕੀ ਹੈ ਜੋ ਸ਼ਾਫਟ ਹੋਏਗੀ ਜਨਰੇਟਰ ਦੀ ਉਹਨੂੰ ਵੀ ਕੀ ਹੈ એનર્ਜੀ ਮਿਲੇਗੀ ਐਂਡ ਸੋ ਦੈਟ ਕਿ ਜਿਹੜਾ ਜਨਰੇਟਰ ਹੈ ਮਕੈਨੀਕਲ એનર્ਜੀ ਨੂੰ ਕਨਵਰਟ ਕਰਦਾ ਜਾਏਗਾ ਇਨਟੂ ਦ ਇਲੈਕਟ੍ਰੀਕਲ એનર્ਜੀ ਔਰ ਉਹ ਇਲੈਕਟ੍ਰੀਕਲ એનર્ਜੀ ਥਰੂ ਪਾਵਰ ਲਾਈਨਸ ਆਪਾਂ ਅੱਗੇ ਕੀ ਹੈ ਟਰਾਂਸਮਿਟ ਕਰ ਸਕਦੇ ਹਾਂ। ਸੋ ਇਹ ਜਨਰਲ ਜੀ ਵਰਕਿੰਗ ਸੀ ਉਹਦੀ ਹਾਈਡਰੋ ਪਾਵਰ ਪਲਾਂਟ ਦੀ। ਸੋ ਉਹਦੇ ਵਿੱਚ ਆਪਾਂ ਇਹ ਵੀ ਗੱਲ ਦੇਖੀ ਕਿ ਦੈਟ ਜੋ ਹਾਈਡਰੋ ਪਾਵਰ ਹੈ ਉਹ ਕੀ ਹੈ ਰੀਨਿਊਏਬਲ ਸੋਰਸ ਆਫ એનર્ਜੀ ਹੈ। ਰੀਨਿਊਏਬਲ ਸੋਰਸ ਆਫ એનર્ਜੀ ਕਿਸ ਤਰ੍ਹਾਂ ਬਿਕੋਜ਼ ਜਿਵੇਂ ਲਗਾਤਾਰ ਬਾਰਿਸ਼ਾਂ ਹੁੰਦੀਆਂ ਜਾਣਗੀਆਂ ਦੈਨ ਬਾਰਿਸ਼ ਹੋਣ ਦੇ ਨਾਲ ਕੀ ਹੈ ਜਿਹੜਾ ਰਿਜ਼ਰਵੋਇਰ ਹੈ ਜਿਹਦੇ ਵਿੱਚ ਆਪਾਂ ਵਾਟਰ ਨੂੰ ਸਟੋਰ ਕਰ ਰਹੇ ਹਾਂ ਉਹ ਕੀ ਹੈ ਰਿਪਲੈਨਿਸ਼ ਹੁੰਦਾ ਜਾਏਗਾ। ਸੋ ਦੈਟ ਇਜ਼ ਵਾਈ ਜੋ ਹਾਈਡਰੋ ਪਾਵਰ ਹੈ ਉਹਨੂੰ ਆਪਾਂ ਕੀ ਲੈ ਕੇ ਚੱਲਦੇ ਹਾਂ ਦੈਟ ਇਟ ਇਜ਼ ਅ ਰੀਨਿਊਏਬਲ ਸੋਰਸ ਆਫ એનર્ਜੀ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਹੈ ਐਡਵਾਂਟੇਜਸ ਔਰ ਡਿਸਐਡਵਾਂਟੇਜਸ ਦੀ। ਇੱਕ ਵਾਰ ਇਹਨਾਂ ਤੋਂ ਵੀ ਗੋ ਥਰੂ ਹੋਈਏ। ਐਡਵਾਂਟੇਜਸ ਇਟ ਯੂਜ਼ਸ ਰੀਨਿਊਏਬਲ ਸੋਰਸ ਆਫ એનર્ਜੀ ਔਰ ਕਿਹੜਾ ਰੀਨਿਊਏਬਲ ਸੋਰਸ ਆਫ એનર્ਜੀ ਆਪਾਂ ਯੂਜ਼ ਕਰ ਰਹੇ ਹਾਂ ਦੈਟ ਇਜ਼ ਹਾਈਡਰੋ ਪਾਵਰ। ਸੋ ਇਨ ਕੇਸ ਆਫ ਥਰਮਲ ਪਾਵਰ ਪਲਾਂਟ ਜਿਹੜਾ ਆਪਾਂ ਸੋਰਸ ਯੂਜ਼ ਕਰ ਰਹੇ ਸੀ ਉਹ ਸੀ ਕੋਲ ਔਰ ਕੋਲ ਕੀ ਸੀ ਨॉन ਰੀਨਿਊਏਬਲ ਸੋਰਸ ਆਫ એનર્ਜੀ। ਸੋ ਇਹ ਇਹਦਾ ਪਹਿਲਾ ਐਡਵਾਂਟੇਜ ਹੈ ਇਟ ਪ੍ਰੋਡਿਊਸਸ ਲੈਸ ਪੋਲਿਊਸ਼ਨ ਦੈਨ ਥਰਮਲ ਪਾਵਰ ਪਲਾਂਟ। ਸੋ ਥਰਮਲ ਪਾਵਰ ਪਲਾਂਟ ਦੇ ਕੇਸ ਦੇ ਵਿੱਚ ਜੋ ਪੋਲਿਊਸ਼ਨ ਹੋ ਰਿਹਾ ਹੈ ਦੈਟ ਇਜ਼ ਮੋਰ ਐਜ਼ ਕੰਪੇਅਰ ਟੂ ਦ ਪੋਲਿਊਸ਼ਨ ਜੋ ਪ੍ਰੋਡਿਊਸ ਹੋ ਰਿਹਾ ਹੈ ਇਨ ਦ ਹਾਈਡਰੋ ਪਾਵਰ ਪਲਾਂਟਸ। ਸੋ ਇੱਕ ਐਡਵਾਂਟੇਜਸ ਦੈਨ ਨੈਕਸਟ ਆਰ ਡਿਸਐਡਵਾਂਟੇਜਸ। ਸੋ ਕੀ ਨੁਕਸਾਨ ਹਨ ਹਾਈਡਰੋ ਪਾਵਰ ਪਲਾਂਟਸ ਨੂੰ ਬਣਾਉਣ ਦੇ। ਡੈਮਸ ਆਰ ਕੰਸਟਰਕਟਡ ਓਨਲੀ ਇਨ ਡਿਸਐਡਵਾਂਟੇਜਸ ਜਾਂ ਫਿਰ ਨੈਗੇਟਿਵ ਪੁਆਇੰਟਸ ਵੀ ਬੋਲ ਸਕਦੇ ਹਾਂ ਜਾਂ ਲਿਮਿਟੇਸ਼ਨਸ ਵੀ ਬੋਲ ਸਕਦੇ ਹਾਂ ਕਿ ਇਹਦੀਆਂ ਕੀ ਲਿਮਿਟੇਸ਼ਨਸ ਹਨ। ਫਰਸਟ ਕੀ ਹੈ ਡੈਮਸ ਆਰ ਕੰਸਟਰਕਟਡ ਓਨਲੀ ਇਨ ਦ ਸਪੈਸੀਫਿਕ ਪਲੇਸਿਸ ਲਾਈਕ ਦ ਹਿਲੀ ਏਰੀਆਜ਼। ਸੋ ਆਪਾਂ ਨੂੰ ਡੈਮਸ ਕੀ ਹੈ ਇੱਦਾਂ ਨਹੀਂ ਹੈ ਕਿਸੇ ਵੀ ਜਗ੍ਹਾ ਦੇ ਉੱਪਰ ਆਪਾਂ ਡੈਮਸ ਕ੍ਰੀਏਟ ਕਰਕੇ ਆਪਾਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਵਾ ਸਕਦੇ ਹਾਂ that is not the case। ਆਪਾਂ ਨੂੰ ਕੀ ਹੈ ਕੁਝ ਸਪੈਸੀਫਿਕ ਪਲੇਸਿਸ ਦੇ ਉੱਪਰ ਹੀ ਕੀ ਹੈ ਹਾਈਡਰੋ ਪਾਵਰ ਪਲਾਂਟਸ ਨੂੰ ਇੰਪਲੋਏ ਕਰਵਾ ਸਕਦੇ ਹਾਂ ਲਾਈਕ ਕੋਈ ਮਾਊਂਟੇਨੀਅਸ ਜਾਂ ਹਿਲੀ ਏਰੀਆ ਹੋਵੇ ਪਲੱਸ ਉੱਥੇ ਆਸ-ਪਾਸ ਕੀ ਹੈ ਕੁਝ ਰਿਵਰ ਵੀ ਕੀ ਹੈ ਆਪਣੇ ਕੋਲ ਪ੍ਰੈਜ਼ੈਂਟ ਹੋਵੇ ਓਨਲੀ ਦੈਟ ਆਪਾਂ ਉੱਥੇ ਕੀ ਹੈ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਵਾ ਸਕਦੇ ਹਾਂ। ਸੈਕਿੰਡ ਹੈ ਲਾਰਜ ਏਰੀਆਜ਼ ਆਫ ਐਗਰੀਕਲਚਰਲ ਲੈਂਡ and human habitats have to get disturbed because ਅਗਰ ਆਪਾਂ ਨੂੰ ਡੈਮ ਕੰਸਟਰਕਟ ਕਰਵਾਉਣਾ ਹੈ ਦੈਨ ਉਹਦੇ ਲਈ ਆਪਾਂ ਨੂੰ ਕੀ ਹੈ ਵੈਰੀ ਲਾਰਜ ਸਪੇਸ ਇਜ਼ ਰਿਕੁਆਇਰਡ ਔਰ ਉਸ ਸਪੇਸ ਦੇ ਲਈ ਆਪਾਂ ਨੂੰ ਉਸ ਜਗ੍ਹਾ 'ਤੇ ਜਿਹੜੀ ਵੈਜੀਟੇਸ਼ਨ ਹੈ ਜਾਂ ਜੋ ਐਗਰੀਕਲਚਰਲ ਲੈਂਡ ਹੈ ਜਾਂ ਹਿਊਮਨ ਹੈਬੀਟੈਟਸ ਹਨ ਉਹ ਸਭ ਨੂੰ ਕੀ ਹੈ ਕਲੀਅਰ ਆਊਟ ਕਰਨਾ ਪਏਗਾ ਓਨਲੀ ਦੈਨ ਆਪਾਂ ਕੀ ਹੈ ਡੈਮਸ ਨੂੰ ਕੰਸਟਰਕਟ ਕਰਵਾ ਸਕਦੇ ਹਾਂ। ਥਰਡ ਇਜ਼ ਦ ਵੈਜੀਟੇਸ਼ਨ ਗੈਟਸ ਸਬਮਰਜਡ ਅੰਡਰ ਦ ਡੈਮਸ and under the anaerobic conditions produces methane gas which is called as greenhouse gas। so that is the main disadvantage ਕਿ ਉਹਦੇ ਨਾਲ ਕੀ ਹੈ ਜੋ ਐਗਰੀਕਲਚਰਲ ਲੈਂਡ ਜਾਂ ਫੋਰੈਸਟ ਸੀ ਉਹਨੂੰ ਕਲੀਅਰ ਆਊਟ ਕਰਨ ਤੋਂ ਬਾਅਦ ਜੋ ਵੈਜੀਟੇਸ਼ਨ ਸੀ ਸਬਮਰਜ ਹੋ ਗਈ ਹੈ ਅੰਡਰ ਦ ਡੈਮਸ। ਸੋ ਉਸ ਏਰੀਆ ਦੇ ਨੀਚੇ ਸਬਮਰਜ ਹੋਣ ਦੇ ਨਾਲ that is producing methane gas under which conditions anaerobic conditions। ਸੋ ਜਿਹੜੀ ਮਿਥੇਨ ਗੈਸ ਹੈ ਉਹ ਰਿਸਪੋਂਸਿਬਲ ਹੈ ਫॉर ਰਾਈਜ਼ਿੰਗ ਦ ਟੈਂਪਰੇਚਰ ਆਫ ਅਰ ਸਰਾਊਂਡਿੰਗਸ। ਸੋ ਦੈਟ ਇਜ਼ ਆਲਸੋ ਅ ਵੈਰੀ ਹਾਰਮਫੁਲ ਗੈਸ। ਔਰ ਲਾਸਟ ਹੈ providing the favorable ਜਾਂ ਫਿਰ required habitats for the human population that get disturbed by the construction of dams। ਸੋ ਜੋ ਸੈਕਿੰਡ ਪੁਆਇੰਟ 'ਚ ਆਪਾਂ ਗੱਲ ਕੀਤੀ ਸੀ ਕਿ ਜੋ ਹਿਊਮਨ ਪੋਪੂਲੇਸ਼ਨ ਆਪਣੀ ਡਿਸਟਰਬ ਹੋ ਰਹੀ ਹੈ ਉਸ ਜਗ੍ਹਾ ਤੋਂ ਜਿਨ੍ਹਾਂ ਨੂੰ ਹਟਾਉਣਾ ਪੈ ਗਿਆ ਡਿਊ ਟੂ ਦ ਕੰਸਟਰਕਸ਼ਨ ਆਫ ਡੈਮਸ ਉਹ ਸਾਰੀ ਹਿਊਮਨ ਪੋਪੂਲੇਸ਼ਨ ਨੂੰ ਦੁਬਾਰਾ ਤੋਂ ਕਰ ਦੇਣਾ ਉਹ ਵੀ ਕਿਸ ਦੇ ਅੰਡਰ ਆਏਗਾ that is also a disadvantage। ਸੋ ਇਹ ਸੀ ਆਪਣੀਆਂ 4 disadvantages and some of the advantages।
ਇਸ ਤੋਂ ਬਾਅਦ ਫਿਰ ਆਪਾਂ ਨੈਕਸਟ ਕਨਵੈਨਸ਼ਨਲ ਸੋਰਸ ਆਫ એનર્ਜੀ ਦੀ ਗੱਲਬਾਤ ਕਰਾਂਗੇ ਉਹ ਨੈਕਸਟ ਲੈਕਚਰ ਦੇ ਵਿੱਚ। ਅੱਜ ਦੇ ਲਈ ਬਸ ਇੰਨਾ ਹੀ। ਥੈਂਕ ਯੂ।